ਜਿਹਨੂੰ ਸ਼ਬਦ ਗੁਰੂ ਅਸੀਂ ਕਹਿੰਦੇ ਆ, ਉਹਦੇ ਵਿੱਚੋਂ ਪੜ੍ਹ ਕੇ ਵਿਚਾਰ ਕੇ ਅਸੀਂ ਕੁਝ ਨਹੀਂ ਕਰ ਸਕੇ ਤੇ ਫਿਰ ਮੇਰਾ ਖਿਆਲ ਹੈ ਵੀ ਅਸੀਂ ਫਿਰ ਪੂਜਾ ਕਰਨ ਜੋਗੇ ਰਹਿ ਗਏ। ਗੁਰਦੁਆਰਾ ਸਾਹਿਬਾਨ ਧਰਮ ਦੇ ਇੱਕ ਐਸੇ ਕੇਂਦਰ ਨੇ ਜਿੱਥੋਂ ਸਾਡੀ ਨੈਕਸਟ ਜਨਰੇਸ਼ਨ ਨੂੰ ਸੇਧ ਮਿਲਦੀ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਣ। ਇਹਨਾਂ ਪੰਜਾਂ ਵਿਕਾਰਾਂ ਨੇ ਆਮ ਜੀਵ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਹੈ ਕਿ ਉਹ ਬਾਹਰ ਨਿਕਲ ਨਹੀਂ ਦਿੰਦਾ। ਸਿੰਘ ਬਾਸੀ ਜਿਹੜੇ ਸਾਂਝੀ ਸੋਚ ਅਖਬਾਰ ਦੇ ਸੰਪਾਦਕ ਆ ਜੀ, ਉਹ ਉਹਨਾਂ ਦੇ ਕੋਲੋਂ ਸਪਸ਼ਟੀਕਰਨ ਲੈਣ ਗਏ ਸੀ ਤੇ ਉਹਨਾਂ ਦੇ ਉੱਤੇ ਉੱਥੇ ਜਾਨਲੇਵਾ ਹਮਲਾ ਕੀਤਾ ਗਿਆ, ਕਿਉਂਕਿ ਜਿਹੜੇ ਪੁਰਾਤਨ ਸਿੱਖ ਸੀ ਗੋਲਕ ਤੱਕ ਸੀਮਤ ਨਹੀਂ ਸੀ। ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਨੂੰ ਅੱਗੇ ਲਿਜਾਣ ਵਾਲੀ ਸੋਚ ਸੀ। ਅੱਜ ਲੜਾਈਆਂ ਹੀ ਗੋਲਕ ਦੀਆਂ ਨੇ, ਜਿਹਦੇ ਕਰਕੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਵੱਡੀ ਮੁਸ਼ਕਲ ਚੱਲ ਰਹੀ ਹੈ। ਮੀਡੀਆ ਵਾਲਾ ਜਾਂ ਹੋਰ ਕੋਈ ਸੰਗਤ ਵਿੱਚੋਂ ਜਾ ਕੇ ਸੱਚ ਬੋਲਣ ਦਾ ਉਪਰਾਲਾ ਕਰਦਾ ਹੈ, ਬਸ ਉਹ ਤੇ ਹਮਲੇ ਮੈਂ ਵੀ ਕੀਤਾ ਸੀ ਜੀ ਇੱਕ ਗੁਰਦੁਆਰਾ ਸਾਹਿਬ ਦੇ ਨਾਲ, ਤੇ ਮੈਨੂੰ ਵੀ ਉਹਨਾਂ ਨੇ ਕਰੈਕਟਰ ਸਰਟੀਫਿਕੇਟ ਦੇ ਦਿੱਤਾ। ਸਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁੰਦਾ, ਜਿਸ ਦੇ ਵਿੱਚ 11 ਵਜੇ ਤੋਂ 12 ਵਜੇ ਤੱਕ ਤੁਹਾਡੇ ਨਾਲ ਲਾਈਵ ਕਰਦੇ ਆ। ਸਕਰੀਨ ਤੇ ਸਾਡੇ ਨੰਬਰ ਆ ਰਹੇ ਨੇ, ਤੁਸੀਂ ਵੀ ਕੋਈ ਤੁਹਾਡਾ ਸਵਾਲ ਜਵਾਬ ਕੋਈ ਗੱਲਬਾਤ ਸਾਡੇ ਨਾਲ ਕਰਨੀ ਚਾਹੁੰਦੇ ਹੋ, ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ। ਸਾਰੇ ਹੀ ਸਪਾਂਸਰਸ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਆ। ਤੇ ਜਿਵੇਂ ਮੈਂ ਤੁਹਾਨੂੰ ਪ੍ਰੋਗਰਾਮ ਦੇ ਲਾਸਟ ਵਿੱਚ ਕੱਲ ਦੱਸ ਕੇ ਗਈ ਸੀ ਕਿ ਅੱਜ ਮੇਰੇ ਨਾਲ ਕੁਲਦੀਪ ਸਿੰਘ ਜੀ ਹੋਣਗੇ। ਕੁਲਦੀਪ ਸਿੰਘ ਜੀ ਮੇਰੇ ਨਾਲ, ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਮੀਡੀਆ ਦੀ ਬਹੁਤ ਹੀ ਮੰਨੀ ਪਰਮੰਨੀ ਸ਼ਖਸੀਅਤ ਹੈ। ਤੇ ਜਦੋਂ ਕੌਮ ਦੇ ਮਸਲਿਆਂ ਦੀ ਗੱਲ ਆਉਂਦੀ ਆ, ਜਦੋਂ ਸਿੱਖੀ ਨਾਲ ਰਿਲੇਟਡ ਮਸਲਿਆਂ ਦੀ ਗੱਲ ਆਉਂਦੀ ਆ, ਤੇ ਇਹਨਾਂ ਤੋਂ ਵੱਧ ਐਕਸਪੀਰੀਅੰਸ ਮੇਰੇ ਆਪਣੇ ਹਿਸਾਬ ਦੇ ਨਾਲ ਜੇ ਮੈਂ ਕਹਾਂ ਤੇ ਕਿਸੇ ਕੋਲ ਇੰਨਾ ਨਹੀਂ ਕਿ ਉਸ ਗੱਲ ਨੂੰ ਪੂਰਾ ਜਾਂਚ ਕੇ ਪੜਤਾਲ ਕਰਕੇ ਫਿਰ ਹੀ ਉਸ 'ਤੇ ਆਪਣੀ ਕੋਈ ਵੀ ਟਿੱਪਣੀ ਦਿੰਦੇ ਨੇ। ਔਰ ਇਹਨਾਂ ਦੇ ਜਿਹੜੇ ਪ੍ਰੋਗਰਾਮ ਆ ਰੇਡੀਓ ਦੇ ਰਾਹੀਂ ਬੜੇ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਨੇ। ਬਹੁਤ ਸਾਰੇ ਸੈਮੀਨਾਰਸ ਦੇ ਵਿੱਚ ਮੇਰਾ ਇਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ, ਇਹਨਾਂ ਦੇ ਨਾਲ ਜਾ ਕੇ ਇਹਨਾਂ ਦੀ ਬਦੌਲਤ ਮੈਨੂੰ ਵੀ ਸਟੇਜ 'ਤੇ ਖੜਨ ਦਾ ਮੌਕਾ ਮਿਲਿਆ। ਸੋ ਅੱਜ ਫਿਰ ਸਾਡੇ ਨਾਲ ਨੇ, ਦੱਸਦੇ ਆ ਕਿ ਮੰਗਲਵਾਰ ਤੇ ਸ਼ੁੱਕਰਵਾਰ ਸਾਡੇ ਨਾਲ ਕੁਲਦੀਪ ਸਿੰਘ ਜੀ ਹੋਇਆ ਕਰਨਗੇ ਤੇ ਸਾਡੇ ਇਹੋ ਜਿਹੇ ਹੀ ਟੌਪਿਕ ਹੋਇਆ ਕਰਨਗੇ ਕਿ ਸਾਡੇ ਧਰਮ ਦੇ ਵਿੱਚ ਛੇੜਛਾੜ ਜਾਂ ਸਾਡੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿੱਥੇ ਕਿਤੇ ਵੀ ਕੋਈ ਬੇਅਦਬੀ ਦਾ ਮਾਮਲਾ ਜਾਂ ਕੁਛ ਇਹੋ ਜਿਹਾ ਹੋ ਰਿਹਾ ਤੇ ਸਾਡਾ ਫਰਜ਼ ਬਣਦਾ ਉਸ ਤੇ ਗੱਲ ਕਰਨੀ। ਸੋ ਅੱਜ ਬਿਨਾਂ ਬ੍ਰੇਕ ਲਿਆ ਅਸੀਂ ਪੂਰਾ ਇਹ ਜਿਹੜਾ ਸ਼ੋਅ ਕਰਾਂਗੇ, ਕਿਉਂਕਿ ਅਕਸਰ ਸਾਡੇ ਜਿਹੜੇ ਦੇਖਣ ਵਾਲੇ ਆ ਕਹਿੰਦੇ ਕਿ ਬ੍ਰੇਕ ਦੇ ਦੌਰਾਨ ਜਿਹੜਾ ਸਾਡਾ ਗੱਲ ਕਰਨ ਦਾ ਇੰਟਰਸਟ ਆ ਉਹ ਟੁੱਟ ਜਾਂਦਾ ਤੇ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ। ਸੋ ਅਸੀਂ ਤੁਹਾਡਾ ਇੰਤਜ਼ਾਰ ਨਹੀਂ ਕਰਵਾਵਾਂਗੇ। ਸੋ ਅਸੀਂ ਪੂਰਾ 1 ਘੰਟਾ ਤੁਹਾਡੇ ਨਾਲ ਲਾਈਵ ਰਵਾਂਗੇ। ਤੁਹਾਡੇ ਵੀ ਕੋਈ ਸਵਾਲ ਹੋਣਗੇ, ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਫਿਰ ਦੱਸਦੇ ਆ ਕਿਹਨਾਂ ਅਹਿਮ ਮੁੱਦਿਆਂ ਦੇ ਉੱਤੇ ਅੱਜ ਅਸੀਂ ਗੱਲ ਕਰਨੀ ਆ। ਸੋ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਖਬਰਸਾਰ ਸਾਂਝਾ ਟੀਵੀ ਤੇ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਨਾਲ ਦੀ ਨਾਲ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਚੱਲ ਰਹੀ ਗੱਲਬਾਤ ਦੇ ਦੌਰਾਨ ਜਦੋਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਸਕਰੀਨ ਦੇ ਉੱਤੇ ਜਿਹੜੇ ਨੰਬਰ ਆ ਰਹੇ ਨੇ ਉਹਨਾਂ ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਜੀ 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 ਬਿਲਕੁਲ ਜੀ। ਅਸੀਂ ਹਮੇਸ਼ਾ ਹੀ ਗੱਲਬਾਤ ਕਰਦੇ ਹਾਂ, ਜਿਵੇਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਕਿ ਜਿਹੜੇ ਸਾਡੇ ਧਰਮ ਦੇ ਮਸਲੇ ਹੁੰਦੇ ਆ ਜਿਨ੍ਹਾਂ ਤੇ ਗੱਲਬਾਤ ਕਰਨੀ ਸਾਡਾ ਫਰਜ਼ ਬਣਦਾ, ਪਰ ਕਿਤੇ ਨਾ ਕਿਤੇ ਬਹੁਤਾ ਮੀਡੀਆ ਕੰਨੀ ਕੇ ਸਲੀ ਮਾਰ ਕੇ ਬੈਠਾ ਰਹਿੰਦਾ ਆ, ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਹੋਰ ਇੱਧਰਲੇ ਉੱਧਰਲੇ ਕਿਹੜੇ ਆਰਟਿਸਟ ਨੂੰ, ਕਿਹੜੇ ਐਕਟਰ ਨੂੰ ਕਰੋਨਾ ਹੋ ਗਿਆ, ਕਿਹਨੇ ਬ੍ਰੇਕਫਾਸਟ ਕਰ ਲਿਆ, ਕਿਹਨੇ ਲੰਚ ਕਰ ਲਿਆ, ਕਿਹਨੇ ਅੱਜ ਵਧੀਆ ਨੀਂਦ ਲਈ, ਇਹੋ ਜਿਹੀਆਂ ਗੱਲਾਂ ਤੋਂ ਉੱਪਰ ਹੀ ਨਹੀਂ ਉੱਠਦਾ। ਜਿਹੜੇ ਖਾਸ ਅਹਿਮ ਮੁੱਦੇ ਆ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਗੱਲ ਨੂੰ ਅਵੋਇਡ ਕਰ ਜਾਂਦੇ ਆ, ਪਤਾ ਨਹੀਂ ਤਾਂ ਕਰਨੀ ਨਹੀਂ ਚਾਹੁੰਦੇ ਤੇ ਜਾਂ ਕਿ ਜਾਣ ਬੁੱਝ ਕੇ ਇਦਾਂ ਕਰਦੇ ਆ। ਉਹਦਾ ਕਾਰਨ ਇਹ ਹੈ ਕਿ ਧਰਮ ਦੇ ਮਸਲੇ ਦੇ ਉੱਤੇ ਜਦੋਂ ਵੀ ਕੋਈ ਗੱਲਬਾਤ ਆਉਂਦੀ ਹੈ ਤੇ ਬਹੁਤੇ ਲੋਕ ਇਸ ਗੱਲੋਂ ਸੰਕੋਚ ਕਰਦੇ ਆ ਕਿ ਮੈਂ ਕੋਈ ਐਸੀ ਗੱਲਬਾਤ ਨਾ ਕਰਦਿਆਂ ਧਰਮ ਦੇ ਮਸਲੇ ਦੇ ਉੱਤੇ ਜਿਹਦੇ ਨਾਲ ਕੋਈ ਵਿਵਾਦ ਖੜਾ ਹੋਵੇ। ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕੋਲ ਇੱਕ ਨਵਾਂ ਨਵੀਤਨ ਐਸਾ ਨਿਰੋਲ ਗ੍ਰੰਥ ਹੈ ਜਿਹਨੂੰ ਸ਼ਬਦ ਗੁਰੂ ਅਸੀਂ ਕਹਿੰਦੇ ਆ,
ਉਹਦੇ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਜੋੜਿਆ। ਤੇ ਜੇ ਅਸੀਂ ਉਹਦੇ ਵਿੱਚੋਂ ਪੜ੍ਹ ਕੇ ਵਿਚਾਰ ਕੇ ਅਸੀਂ ਕੁਝ ਨਹੀਂ ਕਰ ਸਕੇ ਜੀ ਤੇ ਫਿਰ ਮੇਰਾ ਖਿਆਲ ਹੈ ਵੀ ਅਸੀਂ ਫਿਰ ਪੂਜਾ ਕਰਨ ਜੋਗੇ ਰਹਿ ਗਏ ਹਾਂ। ਸਿਰਫ ਪੂਜਾ ਤੱਕ ਹੀ ਸੀਮਤ ਹਾਂ। ਜੀ। ਇਸ ਕਰਕੇ ਜਿਹੜਾ ਸ਼ਬਦ ਹੈ, ਸ਼ਬਦ ਨੂੰ ਜਿੰਨਾ ਚਿਰ ਅਸੀਂ ਖੋਜਦੇ ਨਹੀਂ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗਦਾ। ਇਹੀ ਕਾਰਨ ਹੈ ਕਿ ਸਾਡੇ ਗੁਰਦੁਆਰਾ ਸਾਹਿਬਾਨ, ਮਾਫ ਕਰਨਾ, ਕਈ ਵਾਰੀ ਇਹ ਸੋਚਦੇ ਆ ਕਿ ਤੁਹਾਡਾ ਟਾਰਗੇਟ ਗੁਰਦੁਆਰਾ ਸਾਹਿਬਾਨ ਦੇ ਉੱਤੇ ਕਿਉਂ ਹੁੰਦਾ ਹੈ, ਕਿਉਂਕਿ ਗੁਰਦੁਆਰਾ ਸਾਹਿਬਾਨ ਸਾਡੇ ਇੱਕ ਐਸੇ ਕੇਂਦਰ ਨੇ, ਧਰਮ ਦੇ ਇੱਕ ਐਸੇ ਕੇਂਦਰ ਨੇ ਜਿੱਥੋਂ ਸਾਡੀ ਨੈਕਸਟ ਜਨਰੇਸ਼ਨ ਨੂੰ ਸੇਧ ਮਿਲਣੀ ਹੈ, ਜੀ ਧਰਮ ਬਾਰੇ ਗਿਆਨ ਮਿਲਣਾ ਹੈ। ਉਹਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਸਾਨੂੰ ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਪ੍ਰਚਾਰਕ ਨੇ ਜਾਂ ਪ੍ਰਬੰਧਕ ਨੇ ਜਿੱਦਾਂ ਦੇ ਪ੍ਰੋਗਰਾਮ ਉਲੀਕਣੇ ਨੇ ਉਹਦੇ ਵਿੱਚੋਂ ਸਾਨੂੰ ਗਿਆਨ ਮਿਲਣਾ ਹੈ। ਜੇ ਉੱਥੇ ਗਿਆਨ ਦੀ ਗੱਲ ਦੀ ਥਾਂ ਦੇ ਉੱਤੇ ਆਪਸੀ ਕਲੇਸ਼, ਈਰਖਾ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਟਲ। ਯਾਨੀ ਕਿ ਆ ਜਿਹੜੇ 5 ਵਿਕਾਰ ਨੇ, ਇਹਨਾਂ 5 ਵਿਕਾਰਾਂ ਨੇ ਆਮ ਜੀਵ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਹੈ ਕਿ ਉਹ ਬਾਹਰ ਨਿਕਲ ਨਹੀਂ ਦਿੰਦਾ। ਇਸੇ ਕਰਕੇ ਗੁਰਦੁਆਰਿਆਂ ਦੇ ਵਿੱਚ ਰਹਿ ਕੇ ਗੁਰਬਾਣੀ ਆਪ ਪੜ੍ਹ ਕੇ ਪ੍ਰਚਾਰ ਕਰਕੇ ਵੀ ਅਸੀਂ ਨਾ 5 ਵਿਕਾਰਾਂ ਤੋਂ ਰਹਿਤ ਨਹੀਂ ਹੋ ਰਹੇ, ਮੇਰੇ ਸਮੇਤ। ਮੈਂ ਨਹੀਂ ਕਹਿ ਰਿਹਾ ਕਿ ਹੋਰ ਨਹੀਂ ਹੋ ਰਿਹਾ, ਸਾਰਿਆਂ ਦੀ ਇਹੀ ਹਾਲਤ ਹੈ। ਉਹ ਕਿਉਂ ਹੈ? ਕਿਉਂਕਿ ਅਸੀਂ ਸ਼ਬਦ ਗੁਰੂ ਨੂੰ ਸਿਰਫ ਤੇ ਸਿਰਫ ਪੂਜਣ ਲਈ ਵਰਤੇ ਆ ਜੀ, ਸਿਰਫ ਪੂਜਣ ਲਈ। ਅੱਜ ਰੁਮਾਲਾ ਵਧੀਆ ਲੈ ਆਓ, ਅੱਜ ਪਾਲਕੀ ਸੋਹਣੀ ਸਜਾ ਲਓ, ਅੱਜ ਸੈਂਟ ਵਧੀਆ ਵਧੀਆ ਛਿੜਕ ਲਓ, ਅੱਜ ਪ੍ਰਚਾਰਕ ਵਧੀਆ ਲੈ ਆਓ, ਤਾਂ ਜੋ ਗੋਲਕ ਦੀ ਕਮਾਈ ਹੈ ਜਿਹੜੀ ਉਹ ਵੱਧ ਸਕੇ। ਪਰ ਜਿਹੜੀ ਗੱਲ ਗੁਰੂ ਕਹਿ ਰਿਹਾ ਉਹਨੂੰ ਸਮਝਣ ਤੋਂ ਅਸੀਂ, ਮੇਰਾ ਖਿਆਲ ਹੈ, ਕੋਹਾਂ ਮਿਲ ਦੂਰ ਆ ਜੀ। ਅੱਜ ਜਿਹੜੀ ਅਸੀਂ ਗੱਲ ਕਰਨੀ ਆ ਕੁਲਦੀਪ ਸਿੰਘ ਜੀ, ਉਹ ਤੇ ਅਸੀਂ ਕਰਨੀ ਆ ਕਿ ਜਿਹੜੇ 267 ਪਾਵਨ ਸਰੂਪ ਜਿਹੜੇ ਮਾਮਲਾ ਸਾਹਮਣੇ ਆਇਆ ਉਸ ਦੀ ਜਾਂਚ ਕਰਨ ਦੇ ਲਈ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਵੱਲੋਂ ਜਿਹੜਾ ਕਿਹਾ ਗਿਆ, ਉਹਨਾਂ ਨੂੰ ਆਦੇਸ਼ ਦਿੱਤੇ ਗਏ ਆ। ਪਰ ਉਸ ਤੋਂ ਪਹਿਲਾਂ ਜਿਹੜਾ ਪਿਛਲੀ ਵਾਰ ਵੀ ਅਸੀਂ ਇੱਕ ਗੱਲ ਕੀਤੀ ਸੀ ਕਿ ਅਮਰੀਕਾ ਦੇ 3 ਗੁਰਦੁਆਰਿਆਂ ਦੀ ਗੱਲ ਸਾਹਮਣੇ ਆਈ ਸੀ ਕਿ 3 ਗੁਰਦੁਆਰੇ ਅਮਰੀਕਾ ਦੇ ਜਿਨ੍ਹਾਂ ਦੇ ਵਿੱਚ ਸਟਾਕਟਨ ਦਾ ਗੁਰਦੁਆਰਾ ਮੇਨ ਸੀ ਔਰ ਫਰੀ ਮਾਊਂਟ ਦਾ ਸੀ ਤੇ ਸੈਨ ਹੋਜ਼ੇ ਦਾ ਸੀ। ਔਰ ਐਸ ਅਸ਼ੋਕ ਭੌਰਾ ਹੁਣਾਂ ਵੱਲੋਂ ਇਹ ਖਬਰ ਜਿਹੜੀ ਭੌਰਾ ਹੁਣਾਂ ਵੱਲੋਂ ਲਾਈ ਗਈ ਸੀਗੀ ਜੀ। 2 ਗੁਰਦੁਆਰਿਆਂ ਦਾ ਜ਼ਿਕਰ ਤਾਂ ਉਹਨਾਂ ਨੇ ਆਪਣੀ ਖਬਰ ਦੇ ਵਿੱਚ ਹੀ ਕਰ ਦਿੱਤਾ ਸੀ ਜੀ, ਪਰ ਤੀਸਰੀ ਖਬਰ ਹਲੇ ਪੈਂਡਿੰਗ ਸੀਗੀ। ਤੀਸਰੀ ਉਹਨਾਂ ਗੁਰਦੁਆਰਿਆਂ ਨੇ ਵੀ ਸਪਸ਼ਟੀਕਰਨ ਦਿੱਤਾ ਸੀ ਕਿ ਸਾਡੇ ਗੁਰਦੁਆਰੇ ਮੰਦੀ ਹਾਲਤ ਚੋਂ ਨਹੀਂ ਨਿਕਲ ਰਹੇ, ਸੋ ਸਾਡੇ ਕੋ ਆਰਥਿਕ ਤੰਗੀ ਨਹੀਂ ਆ, ਸੋ ਅਸੀਂ ਠੀਕ ਆ। ਪਰ ਸਟਾਕਟਨ ਦੇ ਗੁਰੂ ਘਰ ਦੇ ਜਿਹੜੇ ਪ੍ਰਧਾਨ ਸਨ ਬਲਵਿੰਦਰ ਸਿੰਘ ਮਿੱਠੂ, ਉਹਨਾਂ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਸੀ ਦਿੱਤਾ ਜਾ ਰਿਹਾ। ਤੇ ਬੂਟਾ ਸਿੰਘ ਬਾਸੀ ਜਿਹੜੇ ਸਾਂਝੀ ਸੋਚ ਅਖਬਾਰ ਦੇ ਸੰਪਾਦਕ ਆ, ਉਹ ਉਹਨਾਂ ਦੇ ਕੋਲੋਂ ਸਪਸ਼ਟੀਕਰਨ ਲੈਣ ਗਏ ਸੀ ਤੇ ਉਹਨਾਂ ਦੇ ਉੱਤੇ ਉੱਥੇ ਜਾਨਲੇਵਾ ਹਮਲਾ ਕੀਤਾ ਗਿਆ। ਬੜੇ ਚਿਰ ਤੋਂ ਉਹ ਪੱਤਰਕਾਰੀ ਕਰਦੇ ਨੇ, ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ, ਕੁੱਟਮਾਰ ਉਹਨਾਂ ਦੀ ਕੀਤੀ ਗਈ। ਉਹ ਕੇਸ ਵੀ ਚੱਲ ਰਿਹਾ ਹੈ। ਪਰ ਹੁਣ ਪਿੱਛੇ ਜੇ ਆਪਾਂ ਗੱਲ ਕੀਤੀ ਸੀ ਕਿ ਬਲਵਿੰਦਰ ਸਿੰਘ ਮਿੱਠੂ ਦੇ ਨਾਲ ਵੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋਏ ਕਿਸੇ ਸ਼ਰਧਾਲੂ ਦੀ ਲੜਾਈ ਹੋਈ ਆ ਤੇ ਉਹਨਾਂ ਦੀ ਆਪਸ ਵਿੱਚ ਕਹਿ ਲਓ ਕਿ ਤੂੰ ਮੈਂ ਹੋਈ ਆ ਤੇ ਗਾਲੀ ਗਲੋਚ ਤੱਕ ਗੱਲ ਪਹੁੰਚੀ। ਸੋ ਕਰ ਕਰਾ ਕੇ ਪਰ ਕਿਤੇ ਨਾ ਕਿਤੇ ਜਦੋਂ ਮੀਡੀਆ ਦਾ ਜਾਂ ਲੋਕਲ ਸੰਗਤ ਦਾ ਪ੍ਰੈਸ਼ਰ ਦੇਖਿਆ ਕਿ ਲੋਕੀ ਚਾਹੁੰਦੇ ਸਨ ਕਿ ਵਾਕਿਆ ਹੀ 112 ਸਾਲ ਪੁਰਾਣਾ ਧਾਰਮਿਕ ਗੁਰਦੁਆਰਾ ਆ ਜਿਹੜਾ ਗਦਰੀ ਬਾਬਿਆਂ ਦਾ ਬਣਾਇਆ ਸਟਾਕਟਨ ਦੇ ਵਿੱਚ ਪਹਿਲਾ ਗੁਰਦੁਆਰਾ ਆ, ਸੋ ਇਹ ਗੁਰਦੁਆਰਾ ਕਿਉਂ ਮਾੜੀ ਹਾਲਤ ਦੇ ਵਿੱਚ ਆ, ਕਿਉਂ ਮੰਦੀ ਹਾਲਤ ਦੇ ਵਿੱਚ ਆ, ਕਿਉਂ ਇਸ ਦੀ ਆਮਦਨ ਘੱਟ ਆ? ਇਹਦੇ 'ਚ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਤਕਰੀਬਨ ਹੋਂਦ ਦੇ ਵਿੱਚ ਆਉਂਦੀ ਹੈ ਜੀ। ਜਿਹੜੇ ਸਟਾਕਟਨ ਗੁਰਦੁਆਰੇ ਦੀ ਗੱਲ ਕਰ ਰਹੇ ਆ, ਗਦਰ ਲਹਿਰ ਇਹਨਾਂ ਗੁਰਦੁਆਰਿਆਂ ਤੋਂ ਸ਼ੁਰੂ ਹੁੰਦੀ ਹੈ ਜੀ। ਖਾਲਸਾ ਦੀਵਾਨ ਸੁਸਾਇਟੀ ਸਾਡੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੋਂਦ 'ਚ ਆਉਂਦੀ ਹੈ ਜੀ। ਜਿਹੜੇ ਗਦਰੀ ਯੋਧੇ ਨੇ ਸਾਡੇ, ਜਿਨ੍ਹਾਂ ਗਦਰੀਆਂ ਨੇ ਇੱਥੋਂ ਮੂਵਮੈਂਟਾਂ ਵਿੱਢੀਆਂ ਨੇ, ਉਹ ਇਹਨਾਂ ਗੁਰਦੁਆਰਿਆਂ ਦੇ ਵਿੱਚ ਬਹਿ ਕੇ ਬੜੇ ਥੋੜੇ ਸਨ ਜੀ। ਕੋਈ ਇਹ ਨਹੀਂ ਕਿ ਬਹੁਤ ਵੱਡੀ ਇਕੱਤਰਤਾ ਸੀ ਉਹਨਾਂ ਦੀ, ਪਰ ਉਹਨਾਂ ਦੀ ਇੱਕ ਸੋਚ ਸੀ ਕਿ ਅਸੀਂ 7 ਸਮੁੰਦਰੋਂ ਪਾਰ ਜ਼ਰੂਰ ਆ ਗਏ ਹਾਂ, ਪਰ ਇੱਥੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਚ ਨੂੰ ਕਿਵੇਂ ਲਾਗੂ ਕਰਨਾ ਹੈ। ਤੇ ਪਿੱਛੇ ਜਿਹੜਾ ਵਾਪਸੀ ਸਾਡਾ ਪੰਜਾਬ ਹੈ, ਕਿਉਂਕਿ ਜਦੋਂ ਮੈਂ ਪੰਜਾਬ ਦੀ ਗੱਲਬਾਤ ਕਰਦਾ ਤੇ ਮੈਨੂੰ ਚੇਤੇ ਆਉਂਦਾ ਹੈ ਇੱਕ ਪੰਜਾਬ ਸਾਡਾ ਭਾਰਤ ਵਾਲੇ ਪਾਸੇ ਹੈ, ਇੱਕ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ ਹੈ, ਤੀਸਰਾ ਪੰਜਾਬ ਸਾਡਾ ਸਰੀ ਦੇ ਵਿੱਚ ਹੈ ਜਿਹਨੂੰ ਤੀਜਾ ਪੰਜਾਬ ਕਹਿੰਦੇ ਆ। ਸਰੀ ਪੂਰਾ ਪਿੰਡ ਆ ਸਾਡਾ, ਪੂਰਾ ਪੰਜਾਬ ਬਣਿਆ ਹੋਇਆ ਜਿੱਥੇ ਨਗਰ ਕੀਰਤਨ ਦੇ ਵਿੱਚ 5 ਲੱਖ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ।
ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਗੱਲਬਾਤ ਕਰਦੇ ਹਾਂ ਤੇ ਸ਼ਾਇਦ ਐਡਾ ਵੱਡਾ ਇਕੱਠ ਉੱਥੇ ਨਹੀਂ ਹੁੰਦਾ ਜਿੰਨਾ ਇੱਥੇ ਬਾਹਰਲੇ ਪੰਜਾਬਾਂ ਦੇ ਵਿੱਚ ਹੁੰਦਾ ਹੈ। ਜੀ। ਫਿਰ ਬਾਹਰਲੇ ਪੰਜਾਬਾਂ 'ਚ ਰਹਿ ਕੇ ਕੁਦਰਤੀ ਗੱਲ ਹੈ ਕਿ ਸਾਨੂੰ ਉਹ ਚਿੰਤਾ ਰਹਿੰਦੀ ਹੈ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ। ਅੱਜ ਜਿਹੜੇ ਗੁਰਦੁਆਰਾ ਸਾਹਿਬ ਸਟਾਕਟਨ ਦੀ ਤੁਸੀਂ ਗੱਲਬਾਤ ਕੀਤੀ ਹੈ, ਉੱਥੇ ਕਲੇਸ਼ ਕਿਉਂ ਹੈ, ਉੱਥੇ ਝਗੜਾ ਕਿਉਂ ਹੈ? ਕਿਉਂਕਿ ਜਿਹੜੇ ਪੁਰਾਤਨ ਸਿੱਖ ਸੀ ਉਹਨਾਂ ਦੀ ਜਿਹੜੀ ਸੋਚ ਸੀ ਗੋਲਕ ਤੱਕ ਸੀਮਤ ਨਹੀਂ ਸੀ। ਉਹਨਾਂ ਦੀ ਸੋਚ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਨੂੰ ਅੱਗੇ ਲਿਜਾਣ ਵਾਲੀ ਸੋਚ ਸੀ। ਪਰ ਅੱਜ ਲੜਾਈਆਂ ਹੀ ਗੋਲਕ ਦੀਆਂ ਨੇ। ਸਭ ਤੋਂ ਵੱਡੀ ਮੁਸ਼ਕਲ ਹੀ ਗੋਲਕ ਦੀ ਹੋ ਰਹੀ ਹੈ, ਜਿਹਦੇ ਕਰਕੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਵੱਡੀ ਮੁਸ਼ਕਲ ਚੱਲ ਰਹੀ ਹੈ। ਜੇ ਕੋਈ ਮੀਡੀਆ ਵਾਲਾ ਜਾਂ ਹੋਰ ਕੋਈ ਸੰਗਤ ਦੇ ਵਿੱਚੋਂ ਜਾ ਕੇ ਸੱਚ ਬੋਲਣ ਦਾ ਉਪਰਾਲਾ ਕਰਦਾ ਹੈ ਤੇ ਬਸ ਉੱਥੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ। ਮੈਂ ਵੀ ਕੀਤਾ ਸੀ ਜੀ ਇੱਕ ਗੁਰਦੁਆਰਾ ਸਾਹਿਬ ਦੇ ਨਾਲ, ਤੇ ਮੈਨੂੰ ਵੀ ਉਹਨਾਂ ਨੇ ਕਰੈਕਟਰ ਸਰਟੀਫਿਕੇਟ ਦੇ ਦਿੱਤਾ ਸੀ। ਅੱਛਾ, ਜਿਹੜੀ ਇਹਨਾਂ ਵੱਲੋਂ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੇ 267 ਪਾਵਨ ਸਰੂਪ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕਰੀਏ, ਜਿਹੜੀ ਬਲਵਿੰਦਰ ਸਿੰਘ ਮਿੱਠੂ ਹੋਣਾ ਵੱਲੋਂ ਇੱਕ ਖਬਰ ਲਾਈ ਗਈ ਹੈ ਆਪਣੇ ਵੱਲੋਂ ਸਪਸ਼ਟੀਕਰਨ, ਮੈਂ ਉਹ ਪੜ੍ਹ ਕੇ ਸੁਣਾਉਣਾ ਚਾਹਾਂਗੀ। ਤੇ ਉਸ ਤੋਂ ਬਾਅਦ ਜਿਹੜਾ ਸਾਂਝੀ ਸੋਚ ਅਖਬਾਰ ਦੇ ਮੁੱਖ ਸੰਪਾਦਕ ਬੂਟਾ ਸਿੰਘ ਹੋਣਾ ਨੇ ਇੱਕ ਪੋਸਟ ਪਾ ਕੇ ਇਹਨੂੰ ਸ਼ੇਅਰ ਕੀਤਾ, ਤੇ ਮੈਂ ਉਹ ਵੀ ਪੜ੍ਹਨਾ ਚਾਹੂੰਗੀ। ਜ਼ਰੂਰ ਜੀ। ਸੋ ਇਹਨਾਂ ਨੇ ਲਿਖਿਆ ਹੈ ਕਿ ਜੁਲਾਈ 25 2020 ਗੁਰੂ ਘਰ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਪਸ਼ਟੀਕਰਨ 13 ਜੂਨ 2020 ਅਜੀਤ ਅਖਬਾਰ ਦੇ ਪੱਤਰਕਾਰ ਅਸ਼ੋਕ ਭੌਰਾ ਵੱਲੋਂ ਦਿੱਤੀ ਇੱਕ ਖਬਰ ਗੁਰੂ ਘਰ ਸੰਬੰਧੀ ਆਰਥਿਕ ਸੰਕਟ ਬਾਰੇ ਲਾਈ ਗਈ ਸੀ। ਇਸ ਖਬਰ ਦੇ ਲੱਗਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਅਸ਼ੋਕ ਭੌਰਾ ਨੂੰ ਫੋਨ ਉੱਪਰ ਗੱਲ ਸਪਸ਼ਟ ਕਰਨ ਲਈ ਬੇਨਤੀ ਕੀਤੀ ਗਈ, ਪਰ ਉਸਨੇ ਗੱਲਬਾਤ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਮੌਜੂਦ ਪ੍ਰਬੰਧਕ ਕਮੇਟੀ ਇਸ ਖਬਰ ਦਾ ਵਿਰੋਧ ਕਰਦੀ ਹੈ ਅਤੇ ਇਸ ਖਬਰ ਨੂੰ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਲਾਈ ਗਈ ਹੈ। ਇਸ ਬਾਰੇ ਕਮੇਟੀ ਦੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਸੋ ਪ੍ਰਬੰਧਕ ਕਮੇਟੀ ਸਟਾਕਟਨ ਗੁਰੂ ਘਰ ਤੇ ਪ੍ਰਧਾਨ ਬਲਵਿੰਦਰ ਸਿੰਘ ਉਹਨਾਂ ਨੇ ਸਪਸ਼ਟੀਕਰਨ ਦਿੱਤਾ। ਤੇ ਹੁਣ ਜਿਹੜੇ ਸਾਂਝੀ ਸੋਚ ਦੇ ਅਖਬਾਰ ਦੇ ਸੰਪਾਦਕ ਉਹਨਾਂ ਨੇ ਇੱਕ ਪੋਸਟ ਪਾਈ ਆਪਣੇ ਸੋਸ਼ਲ ਮੀਡੀਆ ਤੇ, ਬੂਟਾ ਸਿੰਘ ਬਾਸੀ। ਉਹ ਕਹਿੰਦੇ ਆਪੇ ਬਣੇ ਸਿੱਖ ਕੌਮ ਦੇ ਆਗੂਆਂ ਨੂੰ ਬੇਨਤੀ, ਸਟਾਕਟਨ ਗੁਰੂ ਘਰ ਦੇ ਪ੍ਰਧਾਨ ਬਲਵਿੰਦਰ ਸਿੰਘ ਮਿੱਠੂ ਦੇ ਇਸ ਖਬਰ ਦੇ ਬਾਰੇ ਸਪਸ਼ਟੀਕਰਨ ਆਉਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਆ ਕਿ ਇਹ ਖਬਰ ਨਾ ਸਟਾਕਟਨ ਗੁਰੂ ਘਰ ਦੀ ਕਮੇਟੀ ਤੇ ਨਾ ਹੀ ਫਰੀਮਾਉਂਟ ਗੁਰੂ ਘਰ ਦੀ ਕਮੇਟੀ ਨੇ ਲਵਾਈ ਹੈ। ਹੁਣ ਇਹ ਗੱਲ ਸਿਰਫ ਅਸ਼ੋਕ ਭੌਰਾ ਹੀ ਦੱਸ ਸਕਦੇ ਹਨ ਕਿ ਉਹਨਾਂ ਨੇ ਇਹ ਖਬਰ ਕਿਸ ਦੇ ਕਹਿਣ ਤੇ ਲਾਈ ਹੈ। ਮੀਡੀਆ ਨੇ ਆਪਣਾ ਕੰਮ ਕੀਤਾ ਤੇ ਸੱਚਾਈ ਬਾਹਰ ਆ ਗਈ, ਬਿੱਲੀ ਥੈਲੇ ਚੋਂ ਬਾਹਰ ਆ ਗਈ। ਹੁਣ ਮੇਰੀ ਬੇਨਤੀ ਉਹਨਾਂ ਧਰਮ ਦੇ ਠੇਕੇਦਾਰਾਂ ਨੂੰ ਹੈ ਜੋ ਕਹਿੰਦੇ ਹਨ ਕਿ ਸਿੱਖ ਪੰਥ ਸਿਰਫ ਸਾਡੇ ਸਿਰ ਤੇ ਚੱਲਦਾ, ਅਸੀਂ ਹੀ ਕੌਮ ਦੇ ਆਗੂ ਹਾਂ, ਸਾਡੇ ਨਾਲ ਹੀ ਸਿੱਖ ਕੌਮ ਚੱਲਦੀ ਹੈ। ਹੁਣ ਅਸ਼ੋਕ ਭੌਰਾ ਨੂੰ ਪੁੱਛਣ ਅਤੇ ਸਪਸ਼ਟੀਕਰਨ ਲੈਣ ਇਹ ਖਬਰ ਕਿਵੇਂ ਲੱਗੀ ਆ। ਉਮੀਦ ਕਰਦਾ ਹਾਂ ਕਿ ਆਪੇ ਬਣੇ ਕੌਮ ਦੇ ਆਗੂ ਆਪਣਾ ਫਰਜ਼ ਨਿਭਾਉਣਗੇ। ਇਹ ਹੁਣ ਜਿਹੜੀ ਇਹਨਾਂ ਨੇ ਬੂਟਾ ਸਿੰਘ ਬਾਸੀ ਉਹਨਾਂ ਨੇ ਜ਼ਿਕਰ ਕੀਤਾ ਹੈ ਜੀ ਕਿ ਪੰਥ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਜ਼ਿੰਮੇਵਾਰੀ ਕਿਹੋ ਜਿਹੀ ਨਿਭਾਉਣਗੇ ਆਉਣ ਵਾਲਾ ਸਮਾਂ ਦੱਸੇਗਾ। ਜੇ ਅਸੀਂ ਜਿਹੜਾ ਚੱਲ ਰਿਹਾ ਸਮਾਂ ਹੈ ਇਹ ਤੋਂ ਕੁਝ ਸਿੱਖ ਨਾ ਸਕੇ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਨੀਅਰ ਫਿਊਚਰ ਦੇ ਵਿੱਚ ਸਾਡੇ ਬੱਚਿਆਂ ਨੇ ਸਾਨੂੰ ਪੁੱਛਿਆ ਕਰਨਾ, ਸਾਡੇ ਬੱਚਿਆਂ ਨੇ ਸਾਨੂੰ ਪੁੱਛਣਾ ਹੈ, ਨੈਕਸਟ ਜਨਰੇਸ਼ਨ ਨੇ, ਕਿ ਤੁਸੀਂ ਉਦੋਂ ਬੈਠੇ ਕੀ ਕਰਦੇ ਰਹੇ ਜਦੋਂ ਉਹ ਗਦਰ ਲਹਿਰ ਦੀਆਂ ਕਿਤਾਬਾਂ ਪੜ੍ਹਨਗੇ ਕਿ ਉਹਨਾਂ ਬਜ਼ੁਰਗਾਂ ਨੇ 125 ਸਾਲ ਪਹਿਲਾਂ ਮੁਹਿੰਮ ਚਲਾਈ ਸੀ। ਉਦੋਂ ਤਾਂ ਬੜੇ ਥੋੜੇ ਸੀ, ਉਹਨਾਂ ਕੋਲ ਪੈਸਾ ਵੀ ਨਹੀਂ ਸੀ, ਫਾਈਨੈਂਸ਼ੀਅਲ ਬੜੇ ਕਮਜ਼ੋਰ ਸਨ, ਸੰਖਿਆ ਬੜੀ ਥੋੜੀ ਸੀ। ਅੱਜ ਤੁਹਾਡੀ ਲੱਖਾਂ ਦੇ ਵਿੱਚ ਸੰਖਿਆ ਹੋ ਕੇ ਵੀ ਤੁਸੀਂ ਹੋਰ ਮੁਹਿੰਮਾਂ ਚਲਾਉਣ ਦੀ ਬਜਾਏ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹੋ, ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਹੋ। ਇਹ ਮੇਰਾ ਖਿਆਲ ਹੈ ਬਹੁਤ ਦੁਖਦਾਈ ਵਰਤਾਰਾ ਹੈ ਜਿਹੜਾ ਸਾਡਾ ਗੁਰਦੁਆਰਿਆਂ ਦੇ ਵਿੱਚ ਹੋ ਰਿਹਾ। ਇਹਦੇ ਬਾਬਤ ਸਾਡੇ ਜਿਹੜੇ ਪ੍ਰਬੰਧਕ ਸੱਜਣ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਖਾਸ ਕਰਕੇ ਕਿ ਪ੍ਰਚਾਰਕਾਂ ਜਾਂ ਵਿਦਵਾਨਾਂ ਨੂੰ ਸੁਣਨ ਦੀ ਬਜਾਏ ਹਰ ਪ੍ਰਬੰਧਕ ਹੈ ਜਿਹੜਾ ਵੀ ਪ੍ਰਬੰਧ ਵਿੱਚ ਆਉਂਦਾ ਹੈ ਉਹ ਇੱਕ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਪੜ੍ਹੇ ਔਰ ਅਰਥਾਂ ਸਹਿਤ ਪੜ੍ਹੇ। ਜਦੋਂ ਅਰਥਾਂ ਸਹਿਤ ਪੜ੍ਹੇਗਾ ਨਾ ਫਿਰ ਉਹਨੂੰ ਪਤਾ ਲੱਗੇਗਾ ਕਿ ਗੁਰਬਾਣੀ ਕਹਿ ਕੀ ਰਹੀ ਹੈ, ਕਿੰਨੀ ਨਿਰਮਾਣਤਾ ਦੀ ਗੱਲ ਕਰ ਰਹੀ ਹੈ ਗੁਰਬਾਣੀ, ਕਿੰਨੀ ਹਲੀਮੀ ਦੀ ਗੱਲ ਕਰ ਰਹੀ ਹੈ। ਉਹ ਕਿਵੇਂ ਗੁਰੂ ਸਾਹਿਬ ਜਿਵੇਂ ਪੈਰ ਚੁੰਮਣ ਦੀ ਗੱਲ ਕਰਦੇ ਨੇ, ਗਲ ਵਕੜੀ ਪਾਉਣ ਦੀ, ਆਵੋ ਭੈਣੋ ਗਲ ਮਿਲੋ, ਕਿਸ ਤਰ੍ਹਾਂ ਪਿਆਰ ਦੀਆਂ ਗੱਲਾਂ ਕਰਦੇ ਨੇ। ਪਰ ਜਿੱਥੇ ਪਿਆਰ ਦੀਆਂ ਗੱਲਾਂ ਕਰਦੇ ਨੇ ਗੁਰੂ ਸਾਹਿਬ, ਉੱਥੇ ਆਸਾ ਕੀ ਵਾਰ ਪੜ੍ਹ ਕੇ ਦੇਖੋ ਤੁਸੀਂ, ਬਹੁਤ ਆਨੰਦ ਆਉਂਦਾ ਹੈ।
ਉੱਥੇ ਗੁਰਮਤ ਰੂਪੀ ਚਪੇੜਾ ਵੀ ਨਾਲ ਮਾਰਦੇ ਆ। ਬਿਲਕੁਲ ਜੀ। ਉਹ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਗੱਲ ਵਕੜੀ ਪੈ ਰਹੀ ਹੈ ਕਿ ਚਪੇੜਾਂ ਪੈ ਰਹੀਆਂ ਨੇ ਜਦੋਂ ਤੁਸੀਂ ਗੁਰਬਾਣੀ ਨੂੰ ਖੁਦ ਪੜ੍ਹੋਗੇ। ਅੱਛਾ ਕੁਲਦੀਪ ਸਿੰਘ ਜੀ, ਤੁਹਾਨੂੰ ਕੀ ਮਹਿਸੂਸ ਹੁੰਦਾ? ਮੈਨੂੰ ਜਿੱਥੋਂ ਤੱਕ ਖੈਰ ਮੈਂ ਬਹੁਤ ਕੁਝ ਤੁਹਾਡੇ ਤੋਂ ਸਿੱਖਦੀ ਰਹਿੰਦੀ ਆ, ਪਰ ਮੈਨੂੰ ਲੱਗਦਾ ਕਿ ਬਾਹਰਲੇ ਮੁਲਕਾਂ 'ਚ ਅਸੀਂ ਸਿੱਖੀ ਦੀ ਇੱਥੇ ਲਹਿਰ ਛੇਤੀ ਉੱਠਦੀ ਆ, ਲੋਕੀ ਸਿੱਖੀ ਨਾਲ ਜੁੜੇ ਆ, ਲੋਕੀ ਆਪਣੇ ਸੱਭਿਆਚਾਰ ਨੂੰ, ਆਪਣੇ ਧਰਮ ਨੂੰ ਕਿਸੇ ਨੂੰ ਓਏ ਤੱਕ ਨਹੀਂ, ਉਂਗਲੀ ਤੱਕ ਨਹੀਂ ਕਰਨ ਦਿੰਦੇ। ਔਰ ਪਰ ਮੈਨੂੰ ਹੁਣ ਪਿਛਲੇ ਕੁਝ ਸਮੇਂ ਤੋਂ ਲੱਗ ਰਿਹਾ ਆ ਕਿ ਜਿਵੇਂ ਜਿਵੇਂ ਜੇ ਅਸੀਂ ਬਰਗਾੜੀ ਕਾਂਡ ਦੀ ਗੱਲ ਕਰੀਏ ਜਾਂ ਅਸੀਂ ਪਾਵਨ ਸਰੂਪਾਂ ਦੀ ਗੱਲ ਕਰੀਏ, ਜਦੋਂ ਇਹੋ ਜਿਹੇ ਅਹਿਮ ਮੁੱਦੇ ਆਉਂਦੇ ਆ ਉਦੋਂ ਨਾਲ ਲੱਗਦਾ ਹੀ ਕਿਸੇ ਨਾ ਕਿਸੇ ਗੁਰੂ ਘਰ ਵਿੱਚ ਸਾਡੇ ਇਹਨਾਂ ਮੁਲਕਾਂ 'ਚ ਵਿਵਾਦ ਸ਼ੁਰੂ ਹੋ ਜਾਂਦਾ। ਸੋ ਅਸੀਂ ਉਸ ਧਰਤੀ ਦੇ ਜਿਹੜੇ ਵਿਵਾਦ ਚੱਲਦੇ ਆ ਉਹਨੂੰ ਅਸੀਂ ਭੁੱਲ ਬੈਠਦੇ, ਕਿਉਂਕਿ ਸਾਡੀ ਆਵਾਜ਼ ਬਾਹਰਲਿਆਂ ਦੀ ਬਹੁਤ ਸਟਰੋਂਗ ਆ। ਸੋ ਅਸੀਂ ਉਹਨੂੰ ਭੁੱਲ ਬੈਠਦੇ, ਅਸੀਂ ਆਪਣੇ ਗੁਰੂ ਘਰਾਂ ਦੀਆਂ ਲੜਾਈਆਂ 'ਚ ਉਲਝ ਕੇ ਰਹਿ ਜਾਂਦੇ ਆ। ਇਹ ਕੋਈ ਸਾਜ਼ਿਸ਼ ਤਾਂ ਨਹੀਂ ਕਿ ਜਦੋਂ ਇਹੋ ਜਿਹਾ ਕੋਈ ਮਾਮਲੇ ਆਉਂਦੇ ਆ ਸਾਹਮਣੇ ਤੇ ਕਿਤੇ ਨਾ ਕਿਤੇ ਇੱਥੇ ਕਿਸੇ ਹੋਰ ਗੁਰਦੁਆਰਾ ਸਾਹਿਬ 'ਚ ਕੋਈ ਝਗਿਆੜੀ ਸੁੱਟ ਦਿੱਤੀ ਜਾਂਦੀ ਵੀ ਇਹ ਆਪਣੇ ਹੀ ਸ਼ਹਿਰਾਂ 'ਚ ਉਲਝ ਕੇ ਰਹਿ ਜਾਣ, ਅਸਲੀ ਮੁੱਦੇ ਤੋਂ ਭਟਕ ਜਾਣ? ਤੁਹਾਡਾ ਬੜਾ ਵਧੀਆ ਸਵਾਲ ਹੈ ਕਿ ਸਾਜ਼ਿਸ਼ ਤਾਂ ਨਹੀਂ, ਸਾਜ਼ਿਸ਼ ਨਹੀਂ, ਅਗਿਆਨਤਾ ਹੈ। ਅਗਿਆਨਤਾ ਹੈ। ਹੁਣ ਤੁਸੀਂ ਦੇਖੋ, ਮੈਨੂੰ ਚੇਤੇ ਆ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ, ਮੈਂ ਥੋੜਾ ਜਿਹਾ ਉਧਰ ਨੂੰ ਟਵਿਸਟ ਕਰਾਂਗਾ ਅੱਜ ਦੀ ਗੱਲਬਾਤ ਨੂੰ। ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਪਾੜ ਕੇ ਗਲੀਆਂ ਦੇ ਵਿੱਚ ਰੋਲੇ ਗਏ ਸਨ ਜੀ, ਬਿਲਕੁਲ। ਔਰ ਉਸ ਤੋਂ ਪਹਿਲਾਂ ਪਿੰਡ ਦੇ ਵਿੱਚ ਪੋਸਟਰ ਲਾਇਆ ਗਿਆ ਸੀ ਕਿ ਜਿਹਨੂੰ ਤੁਸੀਂ ਗੁਰੂ ਮੰਨ ਰਹੇ ਹੋ ਉਹ ਗੁਰੂ ਸਾਡੇ ਕਬਜ਼ੇ 'ਚ ਹੈ, ਅਸੀਂ ਉਹਦੇ ਹਾਲਾਤ ਕੀ ਕਰਦੇ ਹਾਂ ਤੁਸੀਂ ਦੇਖੋਗੇ। ਪਰ ਨਾ ਹੀ ਉਸ ਵੇਲੇ ਦੀਆਂ ਸਰਕਾਰਾਂ ਨੇ, ਨਾ ਹੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਕੋਈ ਜ਼ਿੰਮੇਵਾਰੀ ਚੁੱਕੀ, ਬਿਲਕੁਲ ਜ਼ਿੰਮੇਵਾਰੀ ਨਹੀਂ ਚੁੱਕੀ। ਹੋਇਆ ਕਿ ਇਹੋ ਜਿਹਾ ਮੂਵਮੈਂਟ ਬਣੀ, ਉਸ ਮੂਵਮੈਂਟ ਦੇ ਵਿੱਚ ਦੋ ਨੌਜਵਾਨ ਮੈਨੂੰ ਅੱਜ ਵੀ ਚੇਤੇ ਹੈ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, ਦੋ ਨੌਜਵਾਨ ਮਾਰੇ ਗਏ, ਬਿਲਕੁਲ ਸ਼ਹੀਦ ਹੋ ਗਏ। ਇੱਕਦਮ ਮੂਵਮੈਂਟ ਨੇ ਫੜਿਆ, ਇੱਥੋਂ ਵੀ ਮੂਵਮੈਂਟ ਬਣੀ, ਇੱਥੋਂ ਲੋਕਾਂ ਨੇ ਬੜਾ ਪੈਸਾ ਘੱਲਿਆ। ਮੂਵਮੈਂਟ ਜਦੋਂ ਬਣਦੀ ਹੈ ਲੋਕਾਂ ਦੇ ਹੱਥਾਂ ਦੇ ਵਿੱਚ ਉਹ ਪੈਸਾ ਆਉਂਦਾ ਹੈ। ਮੈਨੂੰ ਯਾਦ ਹੈ ਪਿਛਲੇ ਵਾਰੇ ਬਰਗਾੜੀ ਦੇ ਵਿੱਚ ਜਿਹੜਾ ਮੋਰਚਾ ਲੱਗਾ ਸੀ, ਜਿਹਦੇ ਵਿੱਚ ਸਰਬੱਤ ਖਾਲਸਾ ਵਾਲੇ ਤਿੰਨੇ ਜਥੇਦਾਰ ਉਹਨੂੰ ਕਮਾਂਡ ਦੇ ਰਹੇ ਸਨ। ਪਰ ਮੁਸ਼ਕਲ ਕੀ ਹੋਈ, ਉਹਨਾਂ ਦਾ ਮਾਟੋ ਇਹ ਨਹੀਂ ਸੀ ਕਿ ਪੰਥ ਨੂੰ ਸੇਧ ਦੇਣੀ ਹੈ, ਬਿਲਕੁਲ ਨਹੀਂ। ਇਹ ਗੱਲ ਮੈਂ ਸਪਸ਼ਟ ਕਰ ਦਿਆਂ, ਉਹਨਾਂ ਦਾ ਮਾਟੋ ਸੀ ਕਿ ਵਿਦੇਸ਼ਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਉੱਤੇ ਭਾਵਕ ਹੋ ਕੇ ਲੋਕ ਪੈਸਾ ਬਹੁਤ ਕਰਦੇ ਆ ਜੀ, ਔਰ ਉਸ ਪੈਸੇ ਦੀ ਵੰਡ ਦੇ ਵਿੱਚ ਉਹਨਾਂ 'ਚ ਫਿੱਕਤ ਪੈ ਗਈ। ਜਦੋਂ ਫਿੱਕਤ ਪਈ ਹੈ ਤੇ ਉਹ ਮੋਰਚਾ ਖਤਮ ਹੋ ਗਿਆ। ਜਦੋਂ ਕਿ ਸਰਕਾਰਾਂ ਦਾ ਦਮ ਨਕਜ ਕੀਤਾ ਪਿਆ ਸੀ, ਉਸ ਵੇਲੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਲੋਕ ਇੰਨਾ ਲੰਮਾ ਮੋਰਚਾ, ਤੁਹਾਨੂੰ ਯਾਦ ਹੋਵੇਗਾ ਗੁਰਬਖਸ਼ ਸਿੰਘ ਹੁੰਦੇ ਸੀ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਗੁਰਦੁਆਰਾ ਅੰਬ ਸਾਹਿਬ ਵੀ, ਫਿਰ ਹੋਰ ਇੱਕ ਦੋ ਜਗ੍ਹਾ ਤੇ ਉਹਨਾਂ ਨੇ ਭੁੱਖ ਹੜਤਾਲ ਰੱਖੀ। ਬਾਅਦ ਦੇ ਵਿੱਚ ਬਾਬਾ ਜੀ ਨੇ, ਬਜ਼ੁਰਗਾਂ ਨੇ ਵੀ ਭੁੱਖ ਹੜਤਾਲ ਰੱਖੀ। ਸਾਰੇ ਮੋਰਚੇ ਫੇਲ ਹੁੰਦੇ ਗਏ। ਫਿਰ ਬਰਗਾੜੀ ਦਾ ਮੋਰਚਾ ਬੜਾ ਸਕਸੈਸਫੁਲੀ ਚੱਲ ਰਿਹਾ ਸੀ। ਸੋ ਤੁਹਾਨੂੰ, ਤੁਹਾਡੇ ਸਵਾਲ ਚੋਂ ਸਵਾਲ ਆ, ਸੋ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ NRI ਜਿਹੜੇ ਪੈਸੇ ਘੱਲਦੇ ਆ, ਇਹ ਜਿਹੜੇ ਮੋਹਤਵਾਨ ਬੰਦੇ ਹੁੰਦੇ ਆ, ਕਿਤੇ ਨਾ ਕਿਤੇ ਪੈਸਾ ਹੀ ਇਹਨਾਂ ਦੇ ਮਨ ਦੇ ਵਿੱਚ ਉਹ ਅਸਲ ਮੁੱਦੇ ਤੋਂ ਉੱਠ ਕੇ ਪੈਸੇ ਦੇ ਪਿੱਛੇ ਭੱਜ ਤੁਰਦੇ ਆ, ਕਿ ਅਸੀਂ ਉਹਨਾਂ ਨੂੰ ਗਲਤ ਗਾਈਡ ਕਰਦੇ ਆ ਕਿ ਜਾਂ ਉਹੋ ਹੀ ਉਹਨਾਂ ਦੇ ਦਿਲ 'ਚ ਹੀ ਖੋਟ ਆ ਜਾਂਦੀ ਹੈ? ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਕੌਮ ਅੱਜ ਲੀਡਰ ਵੀ ਹੋਣੀ ਹੈ। ਅਸਲੀ ਲੀਡਰ ਨਹੀਂਗਾ ਸਾਡੇ ਕੋਲ। ਸਾਡੇ ਕੋਲ ਲੀਡਰ ਨਹੀਂ ਹੈ, ਕੋਈ ਨੇਤਾ ਨਹੀਂ ਹੈ ਕੌਮ ਦੇ ਲਈ। ਜੇ ਸਾਡੇ ਕੋਲ ਅੱਜ ਨੇਤਾ ਚੰਗਾ ਹੁੰਦਾ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਗਲੀਆਂ 'ਚ ਨਹੀਂ ਸਨ ਰੋਲਦੇ। ਬਿਲਕੁਲ ਜੀ, ਸਹੀ ਕਿਹਾ। ਫਿਰ ਇਹ ਮੁਸ਼ਕਲ ਨਹੀਂ ਸੀ ਹੋਣੀ। ਤੁਸੀਂ ਦੇਖੋ ਵੀ ਨੇਤਾ ਨਾ ਹੋਣ ਕਰਕੇ, ਹੁਣ ਕੱਲ ਦੀ ਗੱਲ ਹੈ, ਕੱਲ ਮੈਂ ਖਬਰ ਪੜ੍ਹ ਰਿਹਾ ਸੀ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਇੱਕ ਨਵੀਂ ਪਾਰਟੀ ਸ਼ੁਰੂ ਕੀਤੀ ਹੈ। ਉਹਨਾਂ ਨੇ ਕਿਹਾ ਵੀ ਜਿਹੜੇ 267 ਸਰੂਪ ਨੇ, ਮੈਂ ਉਹਦੀ ਸਾਰੀ ਵਿਸਤਾਰ ਸਾਡੇ ਦਰਸ਼ਕਾਂ ਨਾਲ ਗੱਲਬਾਤ ਸਾਂਝੀ ਕਰਾਂਗਾ ਕਿ 267 ਸਰੂਪ ਨੇ ਜਿਹੜੇ ਉਹ ਗੁੰਮਸ਼ੁਦਾ ਹੋ ਗਏ ਨੇ। ਉਹਦਾ ਹੱਲ ਕੱਢਣ ਦੀ ਬਜਾਏ ਜਵਾਬ ਉਹਨਾਂ ਦਾ ਸਟੇਟਮੈਂਟ ਕੀ ਸੀ ਕਿ ਪਛਤਾਤਾਪ ਦੇ ਲਈ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਾ ਰਹੇ ਹਾਂ। ਜਾਨੀ ਉਹਨਾਂ ਨੂੰ ਲੱਭਣਾ ਨਹੀਂ, ਪਛਤਾਤਾਪ ਦਾ ਅਖੰਡ ਪਾਠ ਕਰਾ ਦੇਣਾ ਵੀ ਸਾਨੂੰ ਪਛਤਾਵਾ। ਕੀ ਅਖੰਡ ਪਾਠ ਉਹਦਾ ਸੋਲੂਸ਼ਨ ਹੈ? ਤੁਹਾਡਾ ਫਰਜ਼ ਬਣਦਾ ਹੈ ਕਿ ਇੱਕ ਸਰੂਪ ਤੁਹਾਡੇ ਕੌਮ ਦੇ ਕਿਸੇ ਦੋਖੀ ਨੇ ਚੋਰੀ ਕਰਕੇ ਉਹਦੇ ਪੱਤਰੇ ਕਰਕੇ ਪਾੜੇ ਗਏ, ਉਹਦੇ ਵਾਸਤੇ ਦੁਨੀਆ ਭਰ ਦੇ ਵਿੱਚ ਉਹ ਮੂਵਮੈਂਟ ਖੜੀ ਹੋਈ। ਹੁਣ 267 ਸਰੂਪ ਕਿੱਥੋਂ ਗੁੰਮ ਹੁੰਦੇ ਨੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ
ਆਫਸੈਟ ਪ੍ਰਿੰਟਿੰਗ ਪ੍ਰੈਸ ਹੈ। ਜੀ ਆਫਸੈਟ ਪ੍ਰਿੰਟਿੰਗ ਪ੍ਰੈਸ ਨੂੰ ਅਧਿਕਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਨੇ ਜਿਹੜੇ ਉਹਨੂੰ ਪਬਲਿਸ਼ ਕਰਦੇ ਆ। ਹੋਇਆ ਕੀ ਹੈ ਕਿ ਜਦੋਂ ਉੱਥੇ ਦੇ ਜਿਹੜੇ ਸਹਾਇਕ ਅਸਿਸਟੈਂਟ ਸੀ, ਜਿਹੜੇ ਇੰਚਾਰਜ ਉੱਥੇ ਦੇ ਰਿਟਾਇਰ ਹੁੰਦੇ ਆ, ਜੀ ਜਦੋਂ ਆਪਣਾ ਚਾਰਜ ਦਿੰਦੇ ਆ ਤੇ ਚਾਰਜ ਦੇਣ ਲੱਗਿਆ ਕਹਿੰਦੇ ਕਿ 267 ਸਰੂਪ ਘੱਟ ਨੇ। ਕੁਦਰਤੀ ਗੱਲ ਹੈ, ਜਿਹੜੇ ਬੰਦੇ ਨੇ ਚਾਰਜ ਲੈਣਾ ਉਹਨੇ ਸਾਰਾ ਕੁਝ ਕਹਿਣਾ। ਹੈਰਾਨੀ ਹੋ ਜਾਂਦੀ ਹੈ ਵੀ 267 ਸਰੂਪ ਗਏ ਕਿੱਥੇ। ਬਾਅਦ ਦੇ ਵਿੱਚ ਮਾਮਲਾ ਜਦੋਂ ਸ਼੍ਰੋਮਣੀ ਕਮੇਟੀ ਕੋਲ ਪਹੁੰਚਦਾ ਹੈ, ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ 1500 ਰੁਪਏ ਦਾ ਸਰੂਪ ਹੈ, ਇਹਨੂੰ 267 ਨਾਲ ਗੁਣਾ ਕਰ ਲਓ, ਇੰਨੇ ਪੈਸੇ ਬਣ ਜਾਓ, ਤੁਸੀਂ ਪੈਸੇ ਦੇ ਦਿਓ। ਦੇਖਿਆ ਨਹੀਂ ਵੀ ਉਹ ਸਰੂਪ ਕਿੱਥੇ ਨੇ, ਪੈਸੇ ਦੇ ਦਿਓ। ਬਾਅਦ ਦੇ ਵਿੱਚ ਲੋਕਾਂ ਦੇ ਮਨਾਂ 'ਚ ਰੋਸ ਪੈਦਾ ਹੋ ਗਿਆ ਵੀ ਆਹ ਕੀ ਹੋ ਰਿਹਾ। ਉਹਨਾਂ ਨੇ ਇੱਕ ਕਮੇਟੀ ਬਣਾਉਣੀ ਚਾਹੀ। ਕੱਲ ਮੈਂ ਮਾਸਟਰ ਤਾਰਾ ਸਿੰਘ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ, ਉਹਨਾਂ ਨਾਲ ਇਸ ਵੀਕਐਂਡ ਤੇ ਮੈਂ ਗੱਲਬਾਤ ਕਰ ਰਿਹਾ ਸਾਂ। ਉਹ ਦੱਸ ਰਹੇ ਸੀ ਵੀ 4 ਮੈਂਬਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਭਾਵੇਂ ਉਹਦੇ ਮੈਂਬਰ ਵੱਧ ਨੇ, ਪਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਆਪਣੇ ਮਾਲਕਾਂ ਦਾ ਹੁਕਮ ਸੱਤ ਕਰਕੇ ਮੰਨਣਾ ਚਾਹੁੰਦੇ ਆ। ਉਹ ਨਹੀਂ ਚਾਹੁੰਦੇ ਕਿ ਅਸੀਂ ਜ਼ਬਾਨ ਖੋਲੀਏ, ਸੱਚ ਕੋ ਸਾਹਮਣੇ ਲਿਆਈਏ। ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤੇ ਉਹ ਕਮੇਟੀ ਤੋਂ ਬਦਲ ਕੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ, ਮਤਾ ਨੰਬਰ 368, 12 ਜੁਲਾਈ ਨੂੰ 12 ਜੁਲਾਈ ਨੂੰ 368 ਨੰਬਰ ਮਤਾ ਪਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਇਹ ਕੇਸ ਭੇਜ ਦਿੱਤਾ ਕਿ ਸਿੰਘ ਸਾਹਿਬ ਜੀ ਤੁਸੀਂ ਇਹਦੀ ਇਨਕੁਆਇਰੀ ਕਰਵਾਓ ਕਿ 300 ਜਿਹੜੀਆਂ 267 ਬੀੜਾਂ ਨੇ ਉਹ ਕਿੱਥੇ ਗਾਇਬ ਹੋ ਗਈਆਂ। ਸਿੰਘ ਸਾਹਿਬ ਨੇ ਕੀ ਕੀਤਾ, ਇੱਕ ਸੁਲਝੀ ਹੋਈ ਸ਼ਖਸੀਅਤ ਹੈ, ਉਹਨਾਂ ਨੇ ਕੀ ਕੀਤਾ, ਮੈਂ ਹੁਣ ਥੋੜਾ ਜਿਹਾ ਪਿੱਛੇ ਵੀ ਜਾਵਾਂਗਾ। ਉਹਨਾਂ ਨੇ 2 ਵਿਅਕਤੀਆਂ ਦੀ ਇੱਕ SIT ਕੈਂਪ ਕਰਤੀ, ਜਿਹਦੇ ਵਿੱਚ ਬੀਬੀ ਨਵਿਤਾ ਸਿੰਘ ਜਿਹੜੇ ਕਿ ਜਸਟਿਸ ਨੇ, ਤੇ ਨਾਲ ਦੀ ਨਾਲ ਇੱਕ ਵਕੀਲ ਨੇ ਸਦਾ ਈਸ਼ਰ ਸਿੰਘ ਤੇਲੰਗਾਨਾ ਹਾਈ ਕੋਰਟ ਦੇ ਵਿੱਚ। ਉਹਨਾਂ ਦੀ ਡਿਊਟੀ ਲਾਤੀ ਕਿ ਤੁਸੀਂ ਇਸ ਸਮੇਂ ਦੇ ਵਿੱਚ ਪੜਤਾਲ ਕਰਕੇ ਇਹ ਦੱਸੋ ਕਿ ਇਹ 267 ਸਰੂਪ ਗਏ ਕਿੱਥੇ। ਹੁਣ ਇੱਕ ਸਰੂਪ ਪਿੰਡ ਦੇ ਵਿੱਚੋਂ ਗਾਇਬ ਹੁੰਦਾ, ਉਹਦੇ ਵਿੱਚ 2 ਵਿਅਕਤੀ ਕਤਲ ਹੁੰਦੇ ਨੇ, ਬੜੀ ਵੱਡੀ ਮੂਵਮੈਂਟ ਖੜੀ ਹੁੰਦੀ ਹੈ। 267 ਸਰੂਪ ਗਾਇਬ ਹੋ ਜਾਂਦੇ ਨੇ ਤੇ ਸਾਰੇ ਚੁੱਪ ਕਰਕੇ ਬੈਠੇ ਹੋਏ ਨੇ। ਕਾਰਨ ਕੀ ਹੈ? ਇੱਥੇ ਕਾਰਨ ਹੈ ਸਾਡੀ ਆਪਣੀ ਪ੍ਰਬੰਧਕੀ ਢਾਂਚੇ ਦੀ ਕਮਜ਼ੋਰੀ। ਮੇਰੇ ਕੋਲ ਇੱਕ ਉੱਘੇ ਸਾਇੰਸਦਾਨ ਨੇ ਜੀ, ਡਾਕਟਰ ਜਗਜੀਤ ਸਿੰਘ ਹੁਣੀ, ਕੱਲ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਪਿਛਲੇ ਵਰ੍ਹੇ ਦੇ ਵਿੱਚ 2018 ਦੇ ਵਿੱਚ ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇੱਕ ਅੰਤਰਰਾਸ਼ਟਰੀ ਸੰਮੇਲਨ ਕਰਵਾਇਆ ਗਿਆ ਸੀ। ਉਸ ਸੰਮੇਲਨ ਦੀ ਪੂਰੀ ਰਿਪੋਰਟ 2 ਸਾਲਾਂ 'ਚ ਕੀ ਕੋਈ ਡਿਵੈਲਪਮੈਂਟ ਹੋਈ ਹੈ ਉਹਦੀ ਕਿਤਾਬ 'ਚ ਪਵਾ ਰਹੇ ਸੀ, ਤੇ ਉਹਦਾ ISBN ਨੰਬਰ ਜਿਹੜਾ ਹੁੰਦਾ ਥੱਲੇ ਨੰਬਰ, ਉਹ ਨੰਬਰ ਲੈਣਾ ਸੀ। ਉਹ ਕਹਿਣ ਲੱਗੇ ਵੀ ਜਦੋਂ ਸਰਕਾਰਾਂ ਨੋਟ ਛਾਪਦੀਆਂ ਨੇ, ਹਰੇਕ ਨੋਟ ਦੇ ਉੱਤੇ ਡਿਫਰੈਂਟ ਨੰਬਰ ਹੁੰਦਾ ਹੈ, ਸਕੈਨ ਹੁੰਦੀ ਹੈ, ਤੁਹਾਨੂੰ ਪਤਾ ਹੈ ਕਿ ਇਹ ਨੋਟ ਕਿੱਥੇ ਹੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਸੀਰੀਅਲ ਵਾਈਜ਼ ਇਸੇ ਤਰ੍ਹਾਂ ਨੰਬਰ ਲਾ ਕੇ ਕਿਉਂ ਨਹੀਂ ਰਿਕਾਰਡ ਰੱਖਿਆ ਜਾ ਸਕਦਾ ਕਿ 267 ਸਰੂਪ ਕਿੱਥੇ ਗਏ, ਕਿਹਨੇ ਲੈ, ਕਦੋਂ ਲੈ, ਬਕਾਇਦਾ ਕੰਪਿਊਟਰ ਦੇ ਵਿੱਚ। ਅੱਜ ਕੱਲ੍ਹ ਤਾਂ ਟੈਕਨੋਲੋਜੀ ਬੜੀ ਹੈ। ਹੁਣ ਮੈਂ ਇੱਥੇ ਆਇਆ, ਇੱਥੇ ਬੈਠਾ ਹੋਇਆ ਸਟੂਡੀਓ ਦੇ ਵਿੱਚ, ਮੇਰਾ ਫੋਨ ਦੱਸ ਰਿਹਾ ਕਿ ਮੇਰੀ ਲੋਕੇਸ਼ਨ ਕੀ ਹੈ, ਮੈਂ ਇਸ ਵੇਲੇ ਸਾਂਝਾ TV ਦੇ ਸਟੂਡੀਓ ਦੇ ਵਿੱਚ ਬੈਠਾ। ਉਹ ਮਨੁੱਖ ਨੂੰ ਤੁਸੀਂ ਟਰੈਕ ਕਰ ਸਕਦੇ ਹੋ, ਫੋਨ ਨੂੰ ਟਰੈਕ ਕਰ ਸਕਦੇ ਹੋ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਟਰੈਕ ਨਹੀਂ ਕਰ ਸਕਦੇ। ਇਹ ਬੜਾ ਵੱਡਾ ਮਾਮਲਾ ਹੈ। ਗੁਰਦੁਆਰਾ ਰਾਮਸਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਹੈ, ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ, ਜਿੱਥੇ ਗੁਰੂ ਸਾਹਿਬ ਦੀਆਂ ਬੀੜਾਂ ਪ੍ਰਕਾਸ਼ਿਤ ਹੁੰਦੀਆਂ ਨੇ। ਜਦੋਂ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪਤਾ ਲੱਗਾ ਕਿ ਬੀੜਾਂ ਗੁੰਮ ਹੋ ਗਈਆਂ ਨੇ, ਜਿਹੜਾ ਵਿਅਕਤੀ ਰਿਟਾਇਰ ਹੋਇਆ ਸੀ, ਜਿਹਨੇ ਸ਼ਿਕਾਇਤ ਕੀਤੀ ਸੀ, ਉਸ ਵਿਅਕਤੀ ਨੇ ਉਸ ਵੇਲੇ ਸਿੰਘ ਸਾਹਿਬ ਨੂੰ ਅਪਰੋਚ ਕੀਤੀ ਕਿ ਤੁਸੀਂ ਗੁਰਦੁਆਰਾ ਰਾਮਸਰ ਦੀ ਜਿਹੜੀ CCTV ਕਵਰੇਜ ਹੈ ਉੱਤੇ ਕੰਟਰੋਲ ਕਰੋ। ਤੇ ਜਦੋਂ ਸਿੰਘ ਸਾਹਿਬ ਨੇ ਆਪਣਾ ਅਸਿਸਟੈਂਟ ਉੱਥੇ ਭੇਜਿਆ, ਉੱਥੇ CCTV ਕੈਮਰੇ ਨਹੀਂ ਹੈ ਹੀ ਨਹੀਂ, ਜਾਂ CCTV ਕੈਮਰੇ ਹੀ ਨਹੀਂ, ਸੋ ਇੰਨੇ ਗਾਇਬ ਕਰ ਦਿੱਤੇ ਜਾਂ ਉਹ ਬੰਦ ਕਰ ਦਿੱਤੇ। ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਜਦੋਂ ਕਿ ਬਰਗਾੜੀ ਕਾਂਡ ਹੋਇਆ ਸੀ, ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਪਏ ਨੇ, ਉਹਨਾਂ ਦੀ ਨਿਗਰਾਨੀ CCTV ਕੈਮਰਿਆਂ ਥੱਲੇ ਰੱਖੀ ਜਾਵੇ। ਉਹ ਜਿੱਥੇ ਹਜ਼ਾਰਾਂ ਸਰੂਪ ਪਏ ਨੇ, ਉੱਥੇ CCTV ਨਹੀਂ।
ਉੱਥੇ ਸੀਸੀਟੀਵੀ ਨਹੀਂ, ਲੋਕਾਂ ਨੇ ਤਾਂ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਕੈਮਰੇ ਲਾ ਲਾ। ਲਏ ਹੈਗੇ। ਸੋ ਹਾਂਜੀ। ਇਹ ਬੜਾ ਵੱਡਾ ਇੱਕ ਸਵਾਲ ਪੈਦਾ ਹੁੰਦਾ ਹੂੰ ਕਿ ਉਹ ਬੀੜਾਂ ਗਈਆਂ ਤੇ ਗਈਆਂ ਕਿੱਥੇ? ਹੂੰ ਹੁਣ ਹੋਏਗਾ ਕੀ? ਹੁਣ ਮੈਂ ਬਰਗਾੜੀ ਕਾਂਡ ਵੱਲ ਵਾਪਸੀ ਥੋੜਾ ਜਿਹਾ ਜਾਣਾ ਚਾਹਨਾ। ਜੀ। ਬਰਗਾੜੀ ਕਾਂਡ ਵਾਪਰਿਆ, ਹੂੰ 4 ਕਮਿਸ਼ਨ ਬੈਠੇ ਨੇ ਅਲੱਗ-ਅਲੱਗ। ਜੀ। ਕਮਿਸ਼ਨ ਬੈਠਣ ਤੋਂ ਬਾਅਦ ਲੋਕਾਂ ਦੇ ਵਿੱਚ ਵਿਦਰੋਹ ਪੈਦਾ ਹੋ ਗਿਆ। ਹੂੰ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬੈਠਾ। ਜਸਟਿਸ ਜੋਰਾ ਸਿੰਘ ਨੇ ਬੜੀ ਮਿਹਨਤ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਜਿਹਦੇ ਵਿੱਚ ਜਿਹੜੇ ਅਸਲ ਦੋਸ਼ੀ ਸਨ, ਕਿਉਂਕਿ ਮੌਜੂਦਾ ਸਰਕਾਰਾਂ ਵੱਲੋਂ ਕੀਤਾ ਗਿਆ ਸੀ, ਜੀ। ਜਿਹੜੇ ਅਸਲ ਦੋਸ਼ੀ ਸਨ ਉਹਨਾਂ ਨੂੰ ਛੱਡ ਦਿੱਤਾ ਗਿਆ। ਹੂੰ ਨਾਲ ਦੀ ਨਾਲ ਇੱਕ ਐਸਆਈਟੀ ਬੈਠਦੀ ਹੈ, ਡੀਆਈਜੀ ਖਟੜਾ। ਹੂੰ ਤੁਸੀਂ ਨਾਮ ਸੁਣਿਆ ਹੋਣਾ ਹੈ, ਜੀ ਬਿਲਕੁਲ। ਬੜਾ ਮਸ਼ਹੂਰ ਨਾਮ ਹੈ ਉਹਨਾਂ ਦਾ, ਰਣਬੀਰ ਸਿੰਘ ਖਟੜਾ। ਉਹਨਾਂ ਨੇ ਇਨਕੁਆਇਰੀ ਕੀਤੀ ਆ, ਹੁਣ ਰੀਸੈਂਟਲੀ ਉਹਦੀ ਰਿਪੋਰਟ ਆਈ ਹੈ। ਹੂੰ ਜਦੋਂ ਕਾਂਗਰਸ ਸਰਕਾਰ ਆਉਂਦੀ ਹੈ, ਜੀ। ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਕੰਵਰ ਵਿਜੇ ਪ੍ਰਤਾਪ ਸਿੰਘ ਹੂੰ ਆਈਜੀਸੀ ਜਿਹੜੇ, ਜੀ। ਹੂੰ ਉਹਨਾਂ ਦੀ ਡਿਊਟੀ ਲਾਤੀ। ਉਹਨਾਂ ਦੀ ਜਦੋਂ ਡਿਊਟੀ ਲਾਈ ਹੈ ਤੇ ਉਹ ਆਪਣੀ ਡਿਊਟੀ ਦੇ ਵਿੱਚ ਇਹ ਦੇਖਣਾ ਚਾਹੁੰਦੇ ਆ ਕਿ ਰਾਤ ਬਰਗਾੜੀ ਦੇ ਵਿੱਚ ਜਿਹੜਾ ਗੋਲੀकांड ਹੋਇਆ ਸੀ, ਉਸ ਗੋਲੀकांड ਦੇ ਵਿੱਚ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਹੈ? ਹੂੰ ਤੇ ਨਾਲ ਦੀ ਨਾਲ ਉਸੇ ਵੇਲੇ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਹੂੰ ਜਦੋਂ ਜਸਟਿਸ ਰਣਜੀਤ ਸਿੰਘ ਹੁਣੀ ਪੂਰੀ ਇਨਕੁਆਇਰੀ ਕਰਦੇ ਆ, ਵੱਡੇ ਬਾਦਲਾਂ ਕੋਲ ਵੀ ਜਾਂਦੇ ਆ, ਛੋਟੇ ਬਾਦਲ ਸਾਹਿਬ ਕੋਲ ਵੀ ਜਾਂਦੇ ਆ, ਜਥੇਦਾਰਾਂ ਸਾਹਿਬ ਕੋਲ ਵੀ ਜਾਂਦੇ ਆ, ਜੀ। ਕਿਉਂਕਿ ਇਹਦੇ ਵਿੱਚ ਜਿਹੜਾ ਡੇਰਾ ਸੌਦਾ ਸੀ, ਜਿਹਨੂੰ ਸੱਚਾ ਸੌਦਾ ਕਹਿੰਦੇ ਨੇ, ਉੱਥੇ ਜਾ ਕੇ ਵੀ ਇਹਨਾਂ ਨੇ ਇਨਕੁਆਇਰੀ ਕੀਤੀ। ਪਤਾ ਲੱਗਾ ਕਿ ਇਹਦੇ ਜਿਹੜੇ ਰਾਜ ਨੇ ਉਹ ਕਿਤੇ ਹੋਰ ਨੇ। ਪਰ ਉਹਨਾਂ ਨੇ ਉਹ ਸਾਰੀ ਰਿਪੋਰਟ ਜਦੋਂ ਨਸ਼ਰ ਕੀਤੀ, ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਗੱਲ ਆਖੀ ਕਿ ਇਹ ਜਸਟਿਸ ਹੀ ਨਹੀਂ, ਇਹਨੇ ਕਿਸੇ ਹੋਰ ਪਾਸੇ ਜਸਟਿਸ ਕੀਤੀ ਹੈ। ਉਹਨਾਂ ਨੇ ਹੁਣ ਕੇਸ ਕੀਤਾ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਜਸਟਿਸ ਰਣਜੀਤ ਸਿੰਘ ਉਹਨਾਂ ਨੇ ਕਿ ਮੇਰੀ ਜਿਹੜੀ ਜਸਟਿਸ ਦੀ ਕੀਤੀ ਸਾਰੀ ਨੌਕਰੀ ਹੈ ਉਹਦੇ ਉੱਤੇ ਕਿੰਤੂ ਪਰੰਤੂ ਕੀਤਾ ਹੈ, ਜਿਹਦੇ ਵਿੱਚ ਵਕੀਲ ਦੇ ਤੌਰ ਤੇ ਬੜੇ ਵੱਡੇ ਉੱਘੇ ਵਕੀਲ ਨੇ ਪੰਜਾਬ ਦੇ ਵਿੱਚ ਜਿਹੜੇ ਇਸ ਕੇਸ ਨੂੰ ਪਰਸਿਊ ਕਰ ਰਹੇ ਨੇ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਤੇ ਸਰਦਾਰ ਗੁਰਤੇਜ ਸਿੰਘ ਆਈਐਸਓ ਦੇ ਵਿਟਨੈਸ ਨੇ। ਮੈਂ ਬਕਾਇਦਾ ਉਹ ਸਾਰੀ ਪਟੀਸ਼ਨ ਪੜ੍ਹੀ ਹੈ। ਹੋ ਕੀ ਰਿਹਾ? ਜਿਹੜਾ ਕੋਈ ਦੋਸ਼ੀ ਹੈ, ਉਸ ਦੋਸ਼ੀ ਨੂੰ ਬਚਾਉਣ ਦੇ ਲਈ ਸਰਕਾਰਾਂ ਕਿਵੇਂ ਕੰਮ ਕਰਦੀਆਂ ਨੇ। ਜੇ ਅੱਜ ਕੈਪਟਨ ਸਰਕਾਰ ਆਈ ਹੈ ਤੇ ਕੈਪਟਨ ਸਰਕਾਰ ਦੀ ਡਿਊਟੀ ਬਣਦੀ ਸੀ, ਕਿਉਂਕਿ ਕੈਪਟਨ ਸਾਹਿਬ ਨੇ ਸਰਕਾਰ ਟੇਕ ਓਵਰ ਕਰਨ ਤੋਂ ਪਹਿਲਾਂ ਗੁਟਕਾ ਸਾਹਿਬ ਚੁੱਕ ਕੇ ਕਸਮ ਖਾਧੀ ਸੀ ਜੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਬੇਅਦਬੀ ਦਾ ਮਾਮਲਾ ਤੁਹਾਡੇ ਸਾਹਮਣੇ ਜਿੰਨਾ ਜਲਦੀ ਹੋ ਸਕਿਆ ਲਿਆਵਾਂਗੇ। ਦੂਸਰਾ, ਨਸ਼ਿਆਂ ਦੇ ਵਪਾਰੀ ਨੂੰ ਫੜ ਕੇ ਅੰਦਰ ਕਰਾਂਗੇ। ਦੋਨੇ ਕੰਮ ਨਹੀਂ ਹੋਏ, ਦੋਨੇ ਕੰਮ ਨਹੀਂ ਹੋਏ, ਕਿਉਂਕਿ 4 ਕਮਿਸ਼ਨ ਬੈਠਣ ਤੋਂ ਬਾਅਦ, 4 ਇਨਕੁਆਰੀਆਂ ਹੋਣ ਤੋਂ ਬਾਅਦ, 15 ਤੋਂ ਲੈ ਕੇ 20 ਤੱਕ 5 ਸਾਲ ਹੋ ਗਏ ਨੇ। 4 ਇਨਕੁਆਰੀਆਂ, ਡੀਆਈਜੀ ਖਟੜਾ ਜੀ, ਜਸਟਿਸ ਜੋਰਾ ਸਿੰਘ, ਜਸਟਿਸ ਰਣਜੀਤ ਸਿੰਘ, ਆਈਜੀ ਕੰਵਰ ਪ੍ਰਤਾਪ ਸਿੰਘ। ਰਿਜ਼ਲਟ ਕਿੱਥੇ ਹੈ? ਜੀ ਰਿਜ਼ਲਟ ਕਿੱਥੇ ਹੈ? ਅੱਜ ਬੜਾ ਵੱਡਾ ਸਵਾਲ ਹੈ। 267 ਬੀੜਾਂ ਗੁੰਮ ਨੇ। ਕੌਮ ਕਿਉਂ ਚੁੱਪ ਕਰਕੇ ਬੈਠੀ ਹੈ? ਕੌਮ ਕਿਉਂ ਚੁੱਪ ਕਰਕੇ ਬੈਠੀ ਹੈ? ਕਿ ਅਸੀਂ ਫਿਰ ਇੱਕ ਹੋਰ ਇਨਕੁਆਇਰੀ ਦੀ ਉਡੀਕ ਕਰੀਏ? ਇੱਕ ਹੋਰ ਇਨਕੁਆਇਰੀ ਦੀ ਉਡੀਕ ਕਰੀਏ? ਮੈਨੂੰ ਚੇਤੇ ਹੈ ਜਦੋਂ ਤਰਨ ਸਾਹਿਬ ਦੀ ਇਤਿਹਾਸਕ ਡਿਊਟੀ ਢਾਈ ਗਈ ਸੀ, ਤੁਹਾਨੂੰ ਸ਼ਾਇਦ ਚੇਤੇ ਹੋਵੇਗਾ, ਬੜਾ ਖਬਰਾਂ ਦੇ ਵਿੱਚ ਉਹਦੀ ਚਰਚਾ ਹੋਈ ਸੀ। ਮੈਂ ਨਾਲ ਦੀ ਨਾਲ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਬੇਨਤੀ ਵੀ ਕਰਾਂ ਕਿ ਇਸ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਥੱਲੇ ਆ ਰਹੇ ਜਿਹੜੇ ਨੰਬਰ ਨੇ, ਉਹਦੇ ਦੇਖ ਕੇ ਤੁਸੀਂ ਆਪ ਸ਼ਾਮਲ ਵੀ ਹੋ ਸਕਦੇ ਹੋ, ਕਾਲ ਕਰ ਸਕਦੇ ਹੋ, ਤਾਂ ਜੋ ਤੁਹਾਡੀ ਸ਼ਮੂਲੀਅਤ ਵੀ ਜ਼ਰੂਰੀ ਹੈ ਇਸ ਡਿਬੇਟ ਦੇ ਵਿੱਚ। ਉਸ ਜਿਹੜੀ ਦਰਸ਼ਨੀ ਡਿਊਟੀ ਸੀ ਇਤਿਹਾਸਕ ਮਹਾਰਾਜਾ ਰਣਜੀਤ ਸਿੰਘ ਵਾਲੇ ਦੀ, ਪਰ ਉਹਨੂੰ ਕਾਰ ਸੇਵਾ ਦੇ ਨਾਮ ਦੇ ਥੱਲੇ ਰਾਤੋਂ ਰਾਤ ਢਾ ਦਿੱਤਾ ਗਿਆ। ਜਦੋਂ ਰਾਤ ਢਾ ਰਿਹਾ ਸੀ ਤੇ ਮੈਨੂੰ ਉਸ ਦੇ ਪਿੰਡ ਦੇ ਲਾਗੇ ਦੇ ਪਿੰਡ ਦੇ ਲੋਕ ਸਨ, ਉਹਨਾਂ ਦਾ ਮੈਨੂੰ ਫੋਨ ਆਇਆ, ਕਿਉਂਕਿ ਉਹਨਾਂ ਨੂੰ ਪਤਾ ਮੀਡੀਆ ਦੇ ਵਿੱਚ ਗੱਲ ਕਰਨ ਦੇ ਲਈ ਇਹਨਾਂ ਨੇ ਸਿੱਖ ਪੰਥ ਦੀ ਜਿਹੜੀ ਕੋਈ ਪ੍ਰੋਬਲਮ ਹੈ ਉਹਦੀ ਗੱਲਬਾਤ ਕਰਨੀ। ਮੈਂ ਸਵੇਰੇ ਬਕਾਇਦਾ ਟਾਕ ਸ਼ੋ ਕੀਤਾ। ਪਤਾ ਲੱਗਾ ਕਿ ਉਹ ਇਤਿਹਾਸਕ ਡਿਊਟੀ ਢਾਣ ਦੇ ਲਈ ਰਾਤ 12 ਵਜੇ ਕਰਮ ਕੀਤਾ ਗਿਆ। ਵਾਈ? ਕਿਉਂ? ਕਿਉਂਕਿ ਸਾਡੇ ਇਤਿਹਾਸ ਨੂੰ ਹੌਲੇ ਹੌਲੇ ਕਰਕੇ ਖਤਮ ਕਰਨ ਦੀਆਂ ਚਾਲਾਂ ਚੱਲ ਰਹੀਆਂ ਨੇ। ਤੇ ਸਿੱਖ ਅੱਜ ਅਖੰਡ ਪਾਠ ਕਰਾ ਲਓ, ਅੱਜ ਸਹਿਜ ਪਾਠ ਕਰਾ ਲਓ, ਅੱਜ ਸੰਪਟ ਪਾਠ ਕਰਾ ਲਓ, ਅੱਜ ਫਲਾਣੇ ਮਹਾਂਪੁਰਸ਼ਾਂ ਦੇ ਦੀਵਾਨਾਂ ਦੇ ਵਿੱਚ ਤਾਂ ਲੱਖਾਂ ਲੱਖਾਂ ਲੋਕ ਜਾ ਰਹੇ ਨੇ, ਪਰ ਜਾਗਰੂਕ ਨਹੀਂ।
ਜਾਗਣਗੇ ਕਦੋਂ? ਇਹ ਬੜੀ ਵੱਡੀ ਮੁਸ਼ਕਲ ਆ ਰਹੀ ਹੈ। ਜਿਹੜੀ ਮੈਂ ਜ਼ਿਕਰ ਕਰ ਰਿਹਾ ਕਿ ਹੁਣ ਇੱਕ ਸੇਵਾ ਮੁਕਤ ਜੱਜ, ਇੱਕ ਬੜੇ ਆਲਾ ਵਕੀਲ, 2 ਅਪਾਇੰਟ ਕਰ ਦਿੱਤੇ ਨੇ। ਕੀ ਇਹਨਾਂ ਸਾਡੇ ਨਾਲ ਦੋਨਾਂ ਕੁਲਦੀਪ ਸਿੰਘ ਜੀ ਕਾਲਰ ਹੈ ਇੱਕ ਜ਼ਰੂਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਤੇ ਜੀ। ਹਾਂਜੀ, ਕੀ ਕਹੋਗੇ ਜੀ? ਹਾਂਜੀ, ਤੁਹਾਡਾ ਸਵਾਗਤ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਦੁਬਾਰਾ ਕਾਲ ਕਰ ਲਿਓ ਜੀ, ਸ਼ਾਇਦ ਕੋਈ ਬਿਲਕੁਲ ਕਨੈਕਸ਼ਨ। ਜੀ, ਤੁਹਾਡੀ ਆਵਾਜ਼ ਨਹੀਂ ਸੀ ਸਾਡੇ ਤੱਕ ਆ ਰਹੀ। ਹਾਂਜੀ, ਸੋ ਇਹ ਬੜੀਆਂ ਵੱਡੀਆਂ ਮੁਸ਼ਕਲਾਂ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਪਹਿਲਾ ਪ੍ਰੋਗਰਾਮ ਦੇਖਦਾ ਸੀਗਾ ਫੇਸਬੁੱਕ ਤੇ ਜੀ ਹੈਲੋ। ਹਾਂਜੀ ਹਾਂਜੀ, ਤੁਸੀਂ ਹਾਂਜੀ, ਅਸੀਂ ਸੁਣਦੇ ਹਾਂ ਜੀ ਤੁਹਾਨੂੰ। ਹਾਂਜੀ, ਮੇਰਾ ਤੁਹਾਡੀ ਤਾਂ ਆ ਰਹੀ ਹੈ ਜੀ। ਹੈਲੋ ਹਾਂਜੀ, ਸਾਡੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਜੀ? ਹਾਂਜੀ, ਆ ਰਹੀ ਹੈ ਤੁਹਾਡੀ ਆਵਾਜ਼ ਜੀ, ਤੁਸੀਂ ਬੋਲ ਰਹੇ ਹੋ। ਨਹੀਂ ਜੀ, ਉਹਨਾਂ ਨੂੰ ਸ਼ਾਇਦ ਸਾਡੀ ਆਵਾਜ਼ ਨਹੀਂ ਸੁਣ ਰਹੇ। ਓਕੇ, ਕੋਈ ਗੱਲ ਨਹੀਂ। ਹਾਂਜੀ। ਸੋ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਹੁਣ 2 ਮੈਂਬਰੀ ਕਮੇਟੀ ਬਿਠਾਈ ਹੈ, ਦੋਨੇ ਲੀਗਲ ਬੜੇ ਐਕਸਪਰਟ ਨੇ ਜੀ। ਮੈਨੂੰ ਚੇਤੇ ਹੈ ਪਿਛਲੀਆਂ ਇਨਕੁਆਰੀਆਂ ਦੇ ਵਿੱਚ, ਜਿੰਨੀਆਂ ਵੀ ਇਨਕੁਆਰੀਆਂ ਹੋਈਆਂ ਨੇ, ਜਦੋਂ ਕੋਈ ਡਾਕੂਮੈਂਟ ਕਮਿਸ਼ਨ ਮੰਗਦਾ ਹੈ ਜੀ ਤੇ ਉਹਨਾਂ ਦਾ ਸਵਾਲ ਕੀ ਹੁੰਦਾ, ਜਵਾਬ ਕੀ ਹੁੰਦਾ ਕਿ ਸਾਨੂੰ ਪ੍ਰਧਾਨ ਸਾਹਿਬ ਤੋਂ ਆਗਿਆ ਲੈ ਲੈਣ ਦਿਓ, ਫਿਰ ਤੁਹਾਨੂੰ ਦੇਵਾਂਗੇ। ਜਦੋਂ ਇੱਕ ਕਮਿਸ਼ਨ ਹੀ ਬੈਠ ਗਿਆ ਹੈ, ਕਮਿਸ਼ਨ ਨੂੰ ਅਥਾਰਟੀ ਹੈ ਕਿ ਉਹ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਹੈ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ ਜੀ? ਹੈਲੋ ਹੈਲੋ, ਹਾਂਜੀ, ਤੁਹਾਨੂੰ ਸਾਡੀ ਆਵਾਜ਼ ਸੁਣ ਰਹੀ ਹੈ ਜੀ? ਹੈਲੋ ਤੁਸੀਂ ਗੱਲ ਕਰੋ ਜੀ, ਸਾਨੂੰ ਤੁਹਾਡੀ ਆਵਾਜ਼ ਸੁਣ ਰਹੀ ਹੈ। ਹੈਲੋ ਸ਼ਾਇਦ ਜੀ ਕੋਈ ਗੱਲ ਨਹੀਂ। ਸੋ ਇਹਦੇ ਵਿੱਚ ਇਹ ਹੈ ਕਿ ਹੁਣ 2 ਮੈਂਬਰੀ ਕਮਿਸ਼ਨ ਬਿਠਾਇਆ ਹੈ। ਹੂੰ ਕਿ ਇਹ 2 ਮੈਂਬਰੀ ਕਮਿਸ਼ਨ ਹੈ ਜਿਹੜਾ 12 ਜੁਲਾਈ ਵਾਲੇ ਦਿਨ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੈਂ ਜ਼ਿਕਰ ਵੀ ਕੀਤਾ, ਨੋਟੀਫਿਕੇਸ਼ਨ ਨੰਬਰ 368 ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਔਰ ਸਿੰਘ ਸਾਹਿਬ ਨੇ ਤੁਰੰਤ 2 ਵਿਅਕਤੀ ਨੇ ਜਿਹੜੇ ਕਾਨੂੰਨ ਦੇ ਮਾਹਿਰ ਨੇ, ਇੱਕ ਜਸਟਿਸ ਨੇ, ਦੂਸਰੇ ਵਕੀਲ ਨੇ, ਜੀ ਇਹਨਾਂ ਦੀ ਡਿਊਟੀ ਲਾ ਦਿੱਤੀ ਹੈ ਕਿ ਛਾਣਬੀਣ ਕਰੋ ਕਿ ਇਹ ਸਾਰਾ ਕੁਝ ਕਿੱਥੇ ਹੈ। ਹੁਣ ਅਜੇ ਛਾਣਬੀਣ ਹੋਣੀ ਹੈ, ਛਾਣਬੀਣ ਹੋ ਕੇ ਉਹਦਾ ਫੈਸਲਾ ਆਉਣਾ ਹੈ, ਆਪਾਂ ਉਹਦੀ ਉਡੀਕ ਕਰੀਏ। ਜੀ ਪਰ ਫੈਸਲੇ ਵਿੱਚ ਕੀ ਆਏਗਾ? ਫੈਸਲੇ 'ਚ ਕੀ ਆਏਗਾ ਕਿ ਜਿਹੜਾ ਵਿਅਕਤੀ, ਕਮਲਜੀਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ, ਜੇ ਮੈਂ ਗਲਤ ਨਾ ਹੋਵਾਂ, ਜਿਹੜੇ ਉੱਥੋਂ ਰਿਟਾਇਰ ਹੋਏ ਨੇ, ਕਿ ਕੁਝ ਸਰੂਪ 250 ਦੇ ਲਾਗੇ ਸਰੂਪ ਫਲਾਣੇ ਗੁਰਦੁਆਰਾ ਸਾਹਿਬ ਟ੍ਰਾਂਸਫਰ ਕੀਤੇ ਸੀ, ਉਹ ਐਂਟਰੀ ਕਰਨਾ ਭੁੱਲ ਗਏ। ਔਰ ਰਿਜ਼ਲਟ ਤੁਹਾਡੇ ਸਾਹਮਣੇ ਦੇਖ ਲਿਓ, ਤੁਹਾਡੇ ਸਾਹਮਣੇ ਇਹ ਕੁਝ ਹੋਏਗਾ। ਜੀ ਜਾਂ ਫਿਰ ਉਹ ਸਰੂਪ ਗਏ ਤਾਂ ਗਏ ਕਿੱਥੇ? ਉਹ ਗਏ ਕਿੱਥੇ? ਇਹ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ। ਜੀ ਕਿਉਂਕਿ ਸਵਾਲ ਇੱਥੇ ਹੀ ਨਹੀਂ ਕਿ ਇਹਨਾਂ ਕਮਿਸ਼ਨਰਾਂ ਨੇ ਬੈਠ ਕੇ ਅਜੇ ਤੱਕ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਫੜਨ ਦੇ ਲਈ ਆਨਾਕਾਨੀ ਕਰ ਰਹੇ ਨੇ, ਘਬਰਾ ਰਹੇ ਨੇ, ਉਹਨਾਂ ਨੂੰ ਫੜ ਨਹੀਂ ਰਹੇ। ਜੇ ਅੱਧੀ ਰਾਤ ਨੂੰ ਬਰਗਾੜੀ ਦੇ ਵਿੱਚ ਹੁਕਮ ਆਉਂਦਾ ਹੈ, ਸਵੇਰੇ ਪਾਠ ਕਰ ਰਿਹਾ, ਉਦੋਂ ਭਾਈ ਪੰਤਪ੍ਰੀਤ ਸਿੰਘ ਦੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ, ਇਹ ਉਦੋਂ ਉਸ ਮੋਰਚੇ ਦੇ ਉੱਤੇ ਬੈਠੇ ਸਨ। ਉਹ ਸਾਰੇ ਸਿੰਘ ਉਹਨਾਂ ਨਾਲ, ਮੌਜੂਦਾ ਜਿਹੜੇ ਸਿੰਘ ਸਨ, ਉਹਨਾਂ ਨਾਲ ਮੇਰੀ ਬਹੁਤਿਆਂ ਨਾਲ ਗੱਲਬਾਤ ਹੋਈ ਹੈ ਕਿ ਅਸੀਂ ਤਾਂ ਬੈਠੇ ਨਿਤਨੇਮ ਕਰ ਰਹੇ ਸੀ ਸਵੇਰੇ। ਪਤਾ ਉਦੋਂ ਹੀ ਲੱਗਾ। ਉਸ ਵਕਤ ਜਿਹੜੇ DIG ਖਟੜਾ ਇਸ ਵੇਲੇ ਕਮਿਸ਼ਨ ਦੇ ਵਿੱਚ ਬਿਠਾਏ ਆ ਬਾਅਦ ਦੇ ਵਿੱਚ, ਜਿਨ੍ਹਾਂ ਨੇ ਇਨਕੁਆਇਰੀ ਕੀਤੀ ਹੈ, ਉਹ ਆਪ ਉਸ ਵੇਲੇ ਅਗਵਾਈ ਕਰ ਰਹੇ ਸੀ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਉਹ ਕਹਿੰਦੇ ਵੀ ਅਸੀਂ ਨਿਤਨੇਮ ਕਰ ਰਹੇ ਹਾਂ, ਕਿਉਂਕਿ ਬੁਛਾੜਾਂ ਪਾਣੀ ਦੀਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਾਰੀ ਤਿਆਰੀ ਕਰਕੇ ਆਏ ਸਨ, ਕਿਉਂਕਿ ਉਹ ਚਾਹੁੰਦੇ ਸਨ ਕਿ ਇਹ ਮੋਰਚਾ ਦਿਨੋਂ ਦਿਨ ਤਾਕਤ ਫੜਦਾ ਜਾ ਰਿਹਾ ਹੈ। ਇਸ ਮੋਰਚੇ ਨੂੰ ਖਤਮ ਕਰਨ ਦੇ ਲਈ ਇੱਕੋ ਇੱਕ ਤਰੀਕਾ ਹੈ ਕਿ ਇਹਨਾਂ ਨੂੰ ਇੱਥੋਂ ਚੁੱਕ ਦਿੱਤਾ ਜਾਵੇ। ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਛੱਡ ਦਿੱਤਾ, ਮੋਰਚਾ ਖਤਮ ਹੋ ਗਿਆ। ਸਾਰਾ ਕੁਝ ਇਸ ਤਰ੍ਹਾਂ ਹੀ ਚੱਲਦਾ ਹੈ। ਹੁਣ ਕੱਲ ਦੀ ਗੱਲ ਹੈ, ਪੰਜਾਬ ਦੇ ਵਿੱਚ ਟਰੈਕਟਰ ਦੇ ਉੱਤੇ ਜਾ ਕੇ ਜਿਹੜੀ ਰੈਲੀ ਕੀਤੀ ਹੈ, ਸਰਕਾਰ ਚਾਹੁੰਦੀ ਸੀ ਕਿ ਅਸੀਂ ਇਸ ਰੈਲੀ ਨੂੰ ਉਤਲੇ ਪਾਸੇ ਨਾ ਜਾਣ ਦਈਏ, ਲੋਕਾਂ ਦੇ ਵਿੱਚ ਅਵੇਅਰਨੈਸ ਨਾ ਆਵੇ। ਸਰਕਾਰਾਂ ਦਾ ਕੰਮ ਉਹਨਾਂ ਨੇ ਆਪਣਾ ਕਰਨਾ ਹੈ, ਪਰ ਬੀਇੰਗ ਏ ਸਿੱਖ ਕਿ ਸਾਡੀ ਡਿਊਟੀ ਬਣਦੀ ਹੈ, ਅਸੀਂ ਆਪਣੀ ਉਹ ਡਿਊਟੀ ਪੂਰੀ ਤਰ੍ਹਾਂ ਨਿਭਾ ਰਹੇ ਹਾਂ ਕਿ ਨਹੀਂ ਨਿਭਾ ਰਹੀ, ਇਹ ਬੜਾ ਵੱਡਾ ਸਵਾਲ ਹੈ। ਜੀ
ਅਸੀਂ ਬਾਹਰਲੇ ਮੁਲਕਾਂ ਦੀ ਜਦੋਂ ਗੱਲ ਕਰਦੇ ਆ ਜੀ। ਇੱਥੇ ਆਏ ਦਿਨ ਸਾਡੇ ਗੁਰੂ ਘਰਾਂ ਦੇ ਵਿੱਚ ਕੋਈ ਨਾ ਕੋਈ ਮਸਲਾ ਉੱਠਿਆ ਰਹਿੰਦਾ ਆ ਜੀ। ਔਰ ਮਸਲੇ ਕਾਦੇ ਹੁੰਦੇ ਆ? ਤਕਰੀਬਨ ਇਹੀ ਹੁੰਦੇ ਆ ਕਿ ਜਦੋਂ ਕੋਈ ਪ੍ਰਚਾਰਕ ਆਉਂਦਾ ਆ ਅੱਧੀ ਸੰਗਤ ਉਹਦਾ ਵਿਰੋਧ ਕਰ ਰਹੀ ਹੁੰਦੀ ਆ, ਅੱਧੀ ਸੰਗਤ ਉਸ ਪ੍ਰਚਾਰਕ ਨੂੰ ਚਾਹੁੰਦੀ ਹੁੰਦੀ ਆ। ਪਰ ਹੁਣ ਆਹ ਜਦੋਂ ਤੋਂ ਕਰੋਨਾ ਦਾ ਹੈਗਾ ਆ ਉਦੋਂ ਤੋਂ ਪ੍ਰਚਾਰਕਾਂ ਦਾ ਆਉਣਾ ਬੰਦ ਹੋਇਆ। ਇਹ ਲੜਾਈਆਂ ਤਾਂ ਮੁੱਕ ਗਈਆਂ, ਪਰ ਹੁਣ ਕਿਤੇ ਨਾ ਕਿਤੇ ਪ੍ਰਧਾਨਗਰੀ, ਕਿਉਂਕਿ ਵੋਟਾਂ ਵੀ ਹੁਣ ਅੱਗੇ ਹੋ ਗਈਆਂ, ਸਾਰੀਆਂ ਵੋਟਾਂ ਵੀ ਨਹੀਂ ਪੈ ਰਹੀਆਂ ਹੈਗੀਆਂ, ਤੇ ਹੁਣ ਕਿਤੇ ਨਾ ਕਿਤੇ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਕਮੇਟੀਆਂ ਜਿਨ੍ਹਾਂ ਨੇ ਹੁਣ ਬਦਲਣਾ ਸੀ, ਵੋਟਾਂ ਹੋਣੀਆਂ ਸੀ, ਉਹ ਕਮੇਟੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਜੀਆਂ ਕਮੇਟੀਆਂ ਕੱਢਣ ਦੀ ਕੋਸ਼ਿਸ਼ ਕਰਦੀਆਂ ਜਾਂ ਕੁਝ ਹੋ ਰਿਹਾ ਹੈ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਆਏ ਦਿਨ ਉੱਥੇ ਲੜਾਈ ਹੁੰਦੀ ਰਹਿੰਦੀ ਹੈ। ਤੇ ਕਈ ਲੋਕ ਕਹਿੰਦੇ ਆ ਕਿ ਕਈ ਵਾਰੀ ਸਾਨੂੰ ਇੰਜ ਲੱਗਦਾ ਕਿ ਜਿਵੇਂ ਅਸੀਂ ਪ੍ਰਧਾਨਗਰੀ ਨਹੀਂ ਕਰ ਰਹੇ, ਅਸੀਂ ਉੱਥੇ ਗੁੰਡਾਗਰਦੀ ਕਰ ਰਹੇ ਕਿ ਹਰ ਆਏ ਗਏ ਨੂੰ ਸ਼ਰਧਾਲੂ ਨੂੰ ਕੋਈ ਵੀ ਮੱਥਾ ਟੇਕਣ ਆਉਂਦਾ ਹਰ ਇੱਕ ਦੇ ਗਲ ਪਿਆ ਜਾਂਦਾ ਬਿਨਾਂ ਮਤਲਬ ਤੋਂ। ਸੋ ਇੱਕ ਨਹੀਂ ਦੋ ਨਹੀਂ, ਰੋਜ਼ ਹੀ ਸਾਡੇ ਤੱਕ ਕੁਝ ਨਾ ਕੁਝ ਪਹੁੰਚਦਾ ਆ। ਗੁਰਬਾਣੀ ਦੀ ਇੱਕ ਤੁਕ ਆਉਂਦੀ ਹੈ, ਇੱਕ ਆ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਬਾਣੀ ਸਾਡੀ ਇੱਕ ਹੈ ਜੀ। ਇੱਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹੈ। ਪਿਓ ਸਾਡਾ ਇੱਕ ਹੈ, ਪਿਓ ਇੱਕ ਹੈ, ਗੁਰੂ ਇੱਕ ਹੈ, ਗੁਰਬਾਣੀ ਇੱਕ ਹੈ। ਝਗੜਾ ਕਿਸ ਗੱਲ ਦਾ? ਝਗੜਾ ਉੱਥੇ ਪੈਦਾ ਹੁੰਦਾ ਹੈ ਜਦੋਂ ਅਸੀਂ ਬਹੁਤਾਤ ਦੀ ਗੱਲ ਕਰਦੇ ਹਾਂ, ਕਿਉਂਕਿ ਸਿੱਖ ਨੂੰ ਗੁਰੂ ਸਾਹਿਬਾਨ ਨੇ ਸ਼ਬਦ ਨਾਲ ਜੋੜਿਆ। ਸਿੱਖ ਕੀ ਕਰ ਰਹੇ ਆ? ਸ਼ਬਦ ਨਾਲ ਜੁੜਨ ਵਾਸਤੇ ਮਨੁੱਖ ਦੀ ਸਹਾਇਤਾ ਭਾਲਦੇ ਆ ਜੀ ਕਿ ਮੈਂ ਕਿਸੇ ਵਿਅਕਤੀ ਨਾਲ ਜੁੜਨਾ ਹੈ ਜੀ। ਸੋ ਇਹ ਬੜੀ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ। ਮੈਂ ਕਿਹਾ ਤੁਹਾਡੇ ਤੋਂ ਕਾਲ ਆਈ ਹੈ, ਕੋਈ ਇੰਡੀਆ ਤੋਂ ਗੱਲ ਕਰਨਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਾਨੂੰ ਤੁਹਾਡੀ ਆਵਾਜ਼ ਬਿਲਕੁਲ ਸੁਣ ਰਹੀ ਹੈ ਜੀ, ਪਰ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣ ਰਹੀ। ਹਾਂਜੀ, ਆਵਾਜ਼ ਆ ਰਹੀ ਹੈ ਤੁਹਾਨੂੰ ਜੀ? ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਕਿਹਾ ਕੋਈ ਮੁਸ਼ਕਲ ਆ ਰਹੀ ਹੈ ਤੁਹਾਨੂੰ ਤੁਹਾਡੀ? ਸਾਡੀ ਆਵਾਜ਼ ਨਹੀਂ ਜੀ ਸੁਣ ਰਹੀ, ਪਰ ਤੁਸੀਂ ਸਾਨੂੰ ਸਾਡੇ ਦੂਜੇ ਨੰਬਰਾਂ ਤੇ ਫੋਨ ਕਰ ਸਕਦੇ ਹੋ ਜੀ। ਕਈ ਵਾਰੀ WhatsApp ਦੀ ਤੁਹਾਡੇ ਵੱਲ ਦੇ ਪਾਸਿਓਂ ਰੇਂਜ ਨਹੀਂ ਹੁੰਦੀ। ਸਾਨੂੰ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਸੁਣ ਰਹੀ ਹੈਗੀ ਹੈ, ਪਰ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣ ਰਹੀ। ਸੋ ਤੁਸੀਂ ਸਾਡੇ 1800 ਨੰਬਰ ਤੇ ਜਾਂ ਸਾਡੇ ਲੋਕਲ ਨੰਬਰਾਂ ਤੇ ਸਾਨੂੰ ਫੋਨ ਕਰ ਸਕਦੇ ਹੋ। ਲਾਈਨਸ ਓਪਨ ਆ, ਤੁਹਾਡੇ ਕੀ ਵਿਚਾਰ ਆ ਤੁਸੀਂ ਵੀ ਦੱਸ ਸਕਦੇ ਹੋ। ਹਾਂਜੀ ਜੀ। ਇਹਦੇ ਵਿੱਚ ਫਿਰ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਗੁਰਦੁਆਰਿਆਂ ਦੀ ਆ ਰਹੀ ਹੈ, ਗੁਰਦੁਆਰਿਆਂ 'ਚ ਮੁਸ਼ਕਲ ਕਿਉਂ ਆ ਰਹੀ ਹੈ? ਕਿਉਂਕਿ ਗੁਰੂ ਸਾਹਿਬਾਨ ਨੇ ਜਦੋਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 1708 ਦੇ ਵਿੱਚ ਗੁਰੂ ਸਾਹਿਬ ਸਰੀਰਕ ਤੌਰ ਤੇ ਨੰਦੇੜ ਹਜੂਰ ਸਾਹਿਬ ਤੋਂ ਸਰੀਰਕ ਤੌਰ ਤੇ ਸਰ ਤੋਂ ਜਾਂਦੇ ਆ, ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਕਮਾਂਡ ਦੇ ਕੇ ਨਾਲ ਸਿੰਘਾਂ ਦੀ ਡਿਊਟੀ ਲਾ ਕੇ ਭੇਜ ਦਿੰਦੇ ਆ। ਉਸ ਵਕਤ ਸਿੱਖ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜਿਆ ਸੀ ਜੀ। ਹੌਲੇ ਹੌਲੇ ਸਾਡੇ ਧੜੇ ਬਣਨੇ ਸ਼ੁਰੂ ਹੋ ਗਏ। ਕਿ ਧੜੇ ਅੱਜ ਨਹੀਂ, ਗੁਰੂ ਸਾਹਿਬਾਨ ਵੇਲੇ ਵੀ ਨੇ। ਪਹਿਲਾਂ ਸਾਡੀਆਂ ਅਲੱਗ-ਅਲੱਗ ਮਿਸਲਾਂ ਚੱਲਦੀਆਂ ਰਹੀਆਂ ਨੇ, ਅਲੱਗ-ਅਲੱਗ ਧੜੇ ਪਹਿਲਾਂ ਵੀ ਬਣਦੇ ਰਹੇ ਨੇ ਜੀ। ਆ ਨਨਕਾਣਾ ਸਾਹਿਬ ਦਾ ਸਾਕਾ ਕੱਲ ਦੀ ਗੱਲ ਹੈ, ਉਹ ਵੀ ਤਾਂ ਸਾਰਾ ਕੁਝ ਬਣਦਾ ਰਿਹਾ। ਪਰ ਅਸੀਂ ਅਸਲੀ ਜਿਹੜਾ ਸਾਡਾ ਮੁੱਦਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸੇਧ ਲੈਣ ਵਾਲਾ, ਉਹ ਤੋਂ ਥਿੜ ਗਿਆ। ਸਾਨੂੰ ਇਹ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਸਤੇ, ਸਮਝਾਉਣ ਵਾਸਤੇ ਸਾਨੂੰ ਵਿਅਕਤੀ ਦੀ ਲੋੜ ਹੈ। ਉਸ ਵਿਅਕਤੀ ਦੇ ਮਗਰ ਤੁਰ ਪਏ। ਹੁਣ ਤੁਸੀਂ ਮੈਂ ਉਹੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ, ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਆਉਂਦਾ ਕਿ ਅਰਦਾਸ ਕਰਾ। ਗੁਰ ਪੈ ਅਰਦਾਸ ਕਰ, ਆਪ ਕਰਨੀ ਹੈ ਜੀ। ਜਦੋਂ ਪਿਓ ਹੈ ਤੁਹਾਡਾ, ਜਦੋਂ ਤੁਹਾਡਾ ਪਿਓ ਹੈ, ਤੁਸੀਂ ਕਹਿ ਰਹੇ ਹੋ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਜੀ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਸਾਰਾ ਕੁਝ ਤੂੰ ਹੀ ਹੈ। ਉਹ ਜਦੋਂ ਇੰਨਾ ਗੂੜਾ ਰਿਸ਼ਤਾ ਤੁਹਾਡਾ ਗੁਰੂ ਨਾਲ ਹੋਵੇ, ਫਿਰ ਬੰਦੇ ਦੀ ਲੋੜ ਕਿਉਂ ਪੈ ਗਈ ਤੁਹਾਨੂੰ? ਇਹਦਾ ਮਤਲਬ ਇਹ ਹੈ ਕਿ ਤੁਹਾਡਾ ਗੁਰੂ ਨਾਲ ਨੇੜਤਾ ਅਜੇ ਨਹੀਂ ਬਣੀ। ਜੇ ਨੇੜਤਾ ਬਣੀ ਹੁੰਦੀ, ਤੁਹਾਨੂੰ ਵਿਚੋਲੇ ਦੀ ਲੋੜ ਹੀ ਨਹੀਂ ਸੀ। ਅੱਜ ਵਿਚੋਲਾ ਕਿਉਂ ਚਾਹੀਦਾ? ਅੱਜ ਵਿਚੋਲਾ ਕਿਉਂ ਚਾਹੀਦਾ? ਅਸੀਂ ਇਸੇ ਕਰਕੇ ਵਿਚੋਲੇ ਨੂੰ ਲੱਭ ਰਹੇ ਹਾਂ ਕਿ ਸ਼ਾਇਦ ਵਿਚੋਲੇ ਨੂੰ ਮੇਰੇ ਪਿਓ ਬਾਬਤ ਜ਼ਿਆਦਾ ਪਤਾ ਹੈ। ਜਿੰਨਾ ਕੁਰਬਾਨੀ ਚ ਇੱਕ ਸ਼ਬਦ ਇਹ ਵੀ ਹੁੰਦਾ, ਪਿਤਾ ਕਾ ਜਨਮ ਕੇ ਜਾਣਾ ਪੂਤ। ਤੁਸੀਂ ਦੇਖੋ ਬਈ ਜਿੰਨਾ ਬਾਪ ਬਾਰੇ ਪੁੱਤਰ ਨੂੰ ਪਤਾ ਹੈ, ਗੁਆਂਢੀ ਨੂੰ ਕੀ ਪਤਾ? ਬਾਪ ਨੇ ਝੜਕਿਆ ਕਦੋਂ ਤੁਹਾਨੂੰ ਪਤਾ ਹੈ, ਬਾਪ ਨੇ ਤੁਹਾਨੂੰ ਪਿਆਰ ਕਦੋਂ ਕੀਤਾ ਤੁਹਾਨੂੰ ਪਤਾ ਹੈ। ਤੁਸੀਂ ਬਾਪ ਤੋਂ ਜਿਹੜੀ ਚੀਜ਼ ਮੰਗੀ ਉਹ ਤੁਹਾਨੂੰ ਦੇ ਰਿਹਾ, ਉਹ ਤਾਂ ਕਲੀਅਰ ਕਹਿ ਰਿਹਾ, ਜੋ ਮੰਗੇ ਠਾਕੁਰੇ ਆਪਣੇ ਤੇ ਸੋਈ, ਉਹ ਤਾਂ ਕਲੀਅਰ ਕਹਿ ਰਿਹਾ।
ਜੇ ਕਲੀਅਰ ਕਹਿ ਰਿਹਾ ਹੈ ਫਿਰ ਸਮਝਣ ਦੇ ਵਿੱਚ ਕਮਜ਼ੋਰੀ ਕਿੱਥੇ ਆ ਸਾਡੇ ਨਾਲ ਰਹੀ ਹੈ। ਕਾਲਰ ਨੇ ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਆਪਣੇ ਟੀਵੀ ਵਾਲੇ ਰੂਮ ਚੋਂ ਥੋੜਾ ਬਾਹਰ ਆ ਕੇ ਗੱਲ ਕਰੋ, ਤੁਹਾਨੂੰ ਸਾਡੀਆਂ ਗੱਲਾਂ ਉੱਧਰ ਸੁਣ ਰਹੀਆਂ ਹੈਗੀਆਂ नो, मैं टीवी बंद करता है। ਜੀ। ਹਾਂਜੀ, ਕੀ ਕਹੋਗੇ ਜੀ? मैं बेनती करनी है कि हुणे मैं सुन रही थी बलजिंदर कौर कह रही है जी कि हर एक गुरुद्वारे च गुंडागर्दी हो रही है, दिस एंड जी दैट। जी नो, ਇਹਨੂੰ ਪੁੱਛੋ ਕਿਹੜੇ ਗੁਰਦੁਆਰੇ ਚ ਹੁੰਦੀ ਹੈ ਦੱਸੇ, ਕਿਉਂਕਿ ਮੈਂ ਜਾਣੀ ਹਾਂ ਜਿਹੜੇ ਗੁਰਦੁਆਰੇ ਇੰਨਾ ਸੋਹਣਾ ਪ੍ਰੋਗਰਾਮ ਹੁੰਦਾ ਹੈ, ਕਦੇ ਕੋਈ ਪ੍ਰੋਬਲਮ ਨਹੀਂ ਹੈਗੀ ਉੱਥੇ, ਕੋਈ ਕਿਸੇ ਨੂੰ ਨਹੀਂ ਪੈਂਦਾ, ਕੋਈ ਕੁਛ ਨਹੀਂ, ਰਿਸਪੈਕਟ ਤੇ ਸਾਰੇ ਗੁਰਦੁਆਰਿਆਂ ਨੂੰ ਕਿਉਂ ਬਦਨਾਮ ਕਰ ਰਹੀ ਹੈ? ਭੈਣ ਜੀ, ਅਸੀਂ ਵੀਰ ਜੀ ਹੁਣੀ ਤੁਹਾਨੂੰ ਦੇਣਗੇ ਜੀ ਇਸ ਦਾ ਜਵਾਬ, ਔਰ ਅਸੀਂ ਇਸੇ ਲਈ ਬੈਠੇ ਹੈਗੇ ਜਾਂ ਹਾਂ। ਇਸ ਤਰ੍ਹਾਂ ਟੀਵੀ ਦੇ ਉੱਪਰ ਨਹੀਂ ਇਹੋ ਜਿਹੀ ਗੱਲ ਕਰਨੀ ਚਾਹੀਦੀ ਜਿੰਨੀ ਦੇਰ ਤੁਸੀਂ ਸ਼ੋਰ ਨਹੀਂ ਹੈਗੇ। ਇੱਕ ਜੀ। ਮਿੰਟ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਜੀ। ਗੱਲ ਕੀਤੀ ਹੈ, ਸਾਰੇ ਗੁਰਦੁਆਰਿਆਂ ਦਾ ਜ਼ਿਕਰ ਨਹੀਂ ਜੀ। ਕੀਤਾ। ਮੇਰਾ ਖਿਆਲ ਹੈ ਕੈਲੀਫੋਰਨੀਆ ਦੇ ਵਿੱਚ ਜੇ ਗੱਲ ਕਰੀਏ ਤੇ 200 ਤੋਂ ਲੈ ਕੇ ਵੱਧ ਗੁਰਦੁਆਰੇ ਨੇ ਸਿਰਫ ਕੈਲੀਫੋਰਨੀਆ, ਜੀ ਔਰ ਪੂਰੇ ਅਮਰੀਕਾ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੇ। ਜ਼ਿਕਰ ਕੀਤਾ ਸਿਰਫ ਉਹਨਾਂ 3 ਗੁਰਦੁਆਰਿਆਂ ਦਾ ਜਿੱਥੇ ਕਲੇਸ਼ ਹੋਇਆ, ਸਿਰਫ 3 ਦਾ ਜ਼ਿਕਰ ਕੀਤਾ। ਮੇਰਾ ਖਿਆਲ ਇਸ ਤੋਂ ਬਾਅਦ ਤਾਂ ਤੁਸੀਂ ਜ਼ਿਕਰ ਨਹੀਂ ਕੀਤਾ। ਇੱਕ ਤੁਹਾਨੂੰ ਮੈਂ ਇਹਨਾਂ ਦੇ ਸਵਾਲ ਚੋਂ, ਇਹਨਾਂ ਦੇ ਸਵਾਲ ਦੇ ਵਿੱਚੋਂ ਇੱਕ ਜਵਾਬ ਮੈਂ ਹੀ ਤੁਹਾਨੂੰ ਸਵਾਲ ਕਰਦੀ। ਇਹਨਾਂ ਨੇ ਕਿਹਾ ਕਿ ਮੈਂ ਗੁਰੂ ਘਰੇ ਜਾਂਦੇ ਆ, ਅਸੀਂ ਬਹਿੰਦੇ ਆ, ਬਾਣੀ ਸੁਣਦੇ ਆ, ਬੜਾ ਕੁਝ ਇਸੇ ਕਰਕੇ ਤਾਂ ਪਰ ਅਸੀਂ ਗੁਰੂ ਘਰੇ ਜਾ ਕੇ ਬਹਿ ਕੇ ਬਾਣੀ ਸੁਣਨ ਦੀ ਗੱਲ ਨਹੀਂ ਕਰਦੇ, ਕਿਉਂਕਿ ਅਸੀਂ ਤਾਂ ਜੋ ਉੱਥੇ ਪ੍ਰਚਾਰਕ ਬੈਠੇ ਕਹਿ ਰਹੇ ਆ ਅਸੀਂ ਤਾਂ ਉਹੋ ਹੀ ਸੁਣ ਕੇ ਘਰ ਆ ਜਾਂਦੇ। ਅਸੀਂ ਕਮੇਟੀਆਂ ਦੀ ਗੱਲ ਕਰਦੇ ਆ ਕਿ ਲੜਾਈ ਗੋਲਕਾਂ ਦੇ ਲਈ ਹੁੰਦੀ ਆ, ਕਮੇਟੀਆਂ ਦੀ ਲੜਾਈ ਹੁੰਦੀ ਆ, ਵੋਟਾਂ ਦੇ ਲਈ ਲੜਾਈ ਹੁੰਦੀ ਆ। ਉੱਥੇ ਜੇ ਕੋਈ ਬੋਲਦਾ ਆ, ਜੇ ਕੋਈ ਕਹਿੰਦਾ ਆ ਤੇ ਉਹਦੇ ਤੇ ਹਮਲਾ ਕੀਤਾ ਜਾਂਦਾ, ਔਰ ਇਹ ਹੋ ਚੁੱਕਾ ਆ, ਤਦ ਹੀ ਅਸੀਂ ਗੱਲ ਕਰ ਰਹੇ ਹੈਗੇ। ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਲਈ। ਜ਼ਰੂਰ ਸ਼ਮੂਲੀਅਤ ਕਰਿਆ ਕਰੋ ਜੀ। ਇਹਦੇ 'ਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਗੁਰਦੁਆਰਿਆਂ ਦੇ ਵਿੱਚ ਮੁਸ਼ਕਲ ਕੀ ਚੱਲ ਰਹੀ ਹੈ। ਟੈਲੀਵਿਜ਼ਨ ਦੇ ਉੱਤੇ ਆ ਕੇ ਨਹੀਂ ਕਿ ਕਿਸੇ ਗੁਰਦੁਆਰੇ ਨੂੰ ਭੰਨਣਾ, ਬਿਲਕੁਲ ਨਹੀਂ। ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਕਰਦਾ ਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਸਾਨੂੰ ਜਦੋਂ ਅਸੀਂ ਗੁਰਮਤਿ ਬੈਠੇ ਸਫਾ ਵਿਛਾਈ ਦੀ ਗੱਲਬਾਤ ਕਰਦੇ ਆ ਨਾ, ਜੇ ਕੋਈ ਦੁਬਿਧਾ ਹੈ, ਸਾਡੇ ਆਪਸੀ ਕੋਈ ਦੁਬਿਧਾਵਾਂ ਨੇ, ਕਈ ਮਨ ਦੇ ਵਿੱਚ ਸ਼ੰਕੇ ਪੈਦਾ ਹੋ ਜਾਂਦੇ ਨੇ, ਤੁਸੀਂ ਬੈਠੋ, ਬੈਠ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਨਾਲ ਗੱਲ ਕਰਕੇ ਦੇਖੋ ਗੁਰੂ ਕੀ ਕਹਿੰਦਾ, ਤੁਹਾਡੇ ਸ਼ੰਕੇ ਨਿਵਰਤ। ਕਿਉਂਕਿ ਜਦੋਂ ਅਸੀਂ ਗੁਰੂ ਦੀ ਛੱਡ ਕੇ ਆਪਣੇ ਮਨ ਦੀ ਗੱਲ ਕਰਦੇ ਆ, ਫਿਰ ਮੁਸ਼ਕਲ ਖੜੀ ਹੁੰਦੀ ਹੈ। ਪ੍ਰਬੰਧਕੀ ਢਾਂਚੇ ਦੇ ਵਿੱਚ ਬੜੀ ਵਧੀਆ ਗੱਲ ਹੈ ਕਿ ਸਾਡੇ ਧਾਰਮਿਕ ਸਥਾਨ ਨੇ, ਸਾਡੇ ਧਾਰਮਿਕ ਕੇਂਦਰ ਨੇ, ਜਿੱਥੋਂ ਸਾਨੂੰ ਰੂਹਾਨੀਅਤ ਬਾਰੇ ਗਿਆਨ ਮਿਲਣਾ ਹੈ। ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ, ਪਰ ਉਹਨਾਂ ਧਾਰਮਿਕ ਸਥਾਨਾਂ ਦੇ ਵਿੱਚ ਜਿੱਥੋਂ ਰੂਹਾਨੀਅਤ ਦਾ ਗਿਆਨ ਮਿਲਣਾ ਸੀ, ਜੇਕਰ ਉੱਥੇ ਕੋਈ ਤੁਹਾਨੂੰ ਲੱਗਦਾ ਹੈ ਕਿ ਗਲਤੀ ਹੋ ਰਹੀ ਹੈ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਰਕਾਜਗੰਜ ਸਾਹਿਬ, ਕਿੰਨਾ ਵਧੀਆ ਪ੍ਰਚਾਰ ਹੁੰਦਾ, ਪਰ ਅੱਜ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ। ਕਿਉਂ? ਆਓ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡੇ ਸਾਂਝੇ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਿੱਧੂ ਜੀ, ਤੁਸੀਂ 에ਅਰ ਤੇ ਹੋ, ਤੁਹਾਡਾ ਸਵਾਗਤ ਹੈ ਜੀ। ਦੁਬਾਰਾ ਕਰ ਲਿਆ ਜੀ। ਹਾਂਜੀ, ਸੋ ਮੁਸ਼ਕਲ ਇਹ ਹੁੰਦੀ ਹੈ। ਪਿਛਲੇ ਦਿਨੀ ਬੜੀ ਵੱਡੀ ਖਬਰ ਆਈ ਆ ਜੀ, ਖਬਰਾਂ ਦੇ ਵਿੱਚ ਛਪੀ ਆ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ, ਹੁਣ ਵੀਰਾਂ ਤੋਂ ਹੌਲੇ ਹੌਲੇ ਇਧਰਲੇ ਪਾਸੇ ਕਿਉਂ ਆ ਰਹੇ ਆਪਾਂ, ਕਿਉਂਕਿ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੇ ਕੰਮ ਨੂੰ ਸੰਭਾਲਣਾ ਹੈ। ਜੇ ਕਮੇਟੀ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ 267 ਸਰੂਪ, ਇੱਕ ਨਹੀਂ ਦੋ ਨਹੀਂ, ਕਿੱਥੇ ਗਾਇਬ ਹੋ ਗਏ, ਤੇ ਫਿਰ ਸੋਚਣ ਦਾ ਵਿਸ਼ਾ ਹੈ। ਫਿਰ ਸਾਨੂੰ ਸੋਚਣਾ ਪੈਣਾ ਹੈ ਕਿ ਉਹ ਗਏ ਕਿੱਥੇ। ਪਿਛਲੇ ਦਿਨੀ ਕਰੋੜਾਂ ਰੁਪਏ ਲਾ ਕੇ ਕੋਈ ਇੰਟਰਨੈਸ਼ਨਲ ਟੈਲੀਵਿਜ਼ਨ ਹੈ, ਉੱਤੇ ਐਡਵਰਟਾਈਜ਼ਮੈਂਟ ਕੀਤੀ ਗਈ ਕਿ ਸਾਨੂੰ ਲੰਗਰ ਲਈ ਰਸ ਚਾਹੀਦੀ ਹੈ, ਸਾਡੇ ਕੋਲ ਪੈਸੇ ਖਤਮ ਹੋ ਗਏ। ਕਰੋੜਾਂ ਰੁਪਏ ਲਾਏ ਨੇ। ਬੜੀ ਵੱਡੀ ਖਬਰ ਹੈ, ਕਿਉਂਕਿ ਖਬਰਸਾਰ ਪ੍ਰੋਗਰਾਮ ਚੱਲ ਰਿਹਾ ਤੇ ਖਬਰਾਂ ਦੇ ਵਿੱਚੋਂ ਆਪਾਂ ਗੱਲਬਾਤ ਕਰ ਰਹੇ ਹਾਂ। ਉਸ ਖਬਰ ਦੇ ਵਿੱਚ ਆਇਆ ਕਿ ਕਰੋੜਾਂ ਰੁਪਏ ਲਾਏ ਗਏ ਨੇ, ਔਰ ਤੁਹਾਡੇ ਮੇਰੇ ਵਰਗੇ ਸ਼ਰਧਾਲੂ ਨੇ ਜਿਹੜੇ, ਉਹ ਲੱਖਾਂ ਰੁਪਏ ਨਾਲ ਭੇਜ ਰਹੇ ਨੇ। ਜਿੰਨਾ ਲਾਇਆ ਉਸ ਤੋਂ ਦੁੱਗਣਾ ਇਕੱਠਾ ਹੋ ਗਿਆ, ਲੰਗਰ ਬੜਾ ਇਕੱਠਾ ਹੋ ਗਿਆ। ਪਤਾ ਨਹੀਂ ਕਿੰਨੀ ਤਾਦਾਦ ਦੇ ਵਿੱਚ ਗਪਲੇਬਾਜ਼ੀਆਂ ਹੋਈਆਂ ਨੇ,
ਕੇਸ ਅਦਾਲਤਾਂ ਦੇ ਵਿੱਚ ਸਾਡੀਆਂ ਵੱਡੀਆਂ ਕਮੇਟੀਆਂ ਦੇ ਚੱਲ ਰਹੇ ਨੇ। ਸਾਰਿਆਂ ਨੂੰ ਪਤਾ ਹੈ, ਕਿਹਨੂੰ ਨਹੀਂ ਪਤਾ ਕਿ ਕਮੇਟੀਆਂ ਦਾ ਕੇਸ ਚੱਲ ਰਿਹਾ। ਉਸੇ ਕੇਸ ਦੇ ਵਿੱਚ ਇੱਕ ਬਹੁਤ ਵੱਡਾ ਟਰੱਕ ਸੀ ਜਿਹੜਾ ਆ ਜਿਹੜੇ ਸਾਡੇ ਕੋਲ ਵੱਡੇ ਟਰੱਕ ਨੇ ਆਟੇ ਦਾ ਵੇਚਦੇ ਹੋਏ ਕਿਸੇ ਕੋਲ ਫੜੇ ਗਏ। ਕੌਣ? ਸਾਡੀ ਸਭ ਤੋਂ ਵੱਡੀ ਸੰਸਥਾ। ਫਿਰ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਜਿਹੜਾ ਸੱਚ ਹੈ, ਜਿਹੜਾ ਟੈਲੀਵਿਜ਼ਨ ਇਹ ਐਡਵਰਟਾਈਜ਼ਮੈਂਟ ਕਰ ਰਿਹਾ ਸੀ ਕਿ ਆਓ ਦਾਨ ਦਿਓ, ਪੈਸਾ ਦਿਓ, ਦੇਣਾ ਚਾਹੀਦਾ ਹੈ। ਸਾਡੀਆਂ ਸੰਸਥਾਵਾਂ ਪੈਸੇ ਬਗੈਰ ਨਹੀਂ ਚੱਲ ਸਕਦੀਆਂ, ਪਰ ਉਸ ਟੈਲੀਵਿਜ਼ਨ ਨੇ ਇਹ ਖਬਰ ਨਹੀਂ ਲਾਈ ਕਿਉਂਕਿ ਉਸਨੇ ਤਾਂ ਪੈਸੇ ਲਏ ਸੀ ਪੈਸੇ ਇਕੱਠੇ ਕਰਨ ਲਈ। ਉਹਨੇ ਖਬਰ ਇਸ ਗੱਲ ਦੀ ਨਹੀਂ ਲਾਉਣੀ ਕਿ ਇੱਥੇ ਇਹ ਘਪਲਾ ਹੋਇਆ। ਇਹ ਸਾਡੀਆਂ ਸਭ ਤੋਂ ਵੱਡੀਆਂ ਹੁਣ ਅਸੀਂ ਪਿਛਲੀ ਵਾਰ ਜਦੋਂ ਗੱਲ ਕੀਤੀ ਸੀ ਕਿ 3 ਗੁਰਦੁਆਰੇ ਜਿਹੜੇ ਆਰਥਿਕ ਸੰਕਟ ਵਿੱਚੋਂ ਨਿਕਲ ਰਹੇ, ਇਹ ਆਪਾਂ ਗੱਲਬਾਤ ਕੀਤੀ ਸੀ ਔਰ ਆਪਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਇਸ ਔਖੇ ਸਮੇਂ 'ਚ ਸਾਡਾ ਫਰਜ਼ ਬਣਦਾ ਕਿ ਜੇ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ, ਅਸੀਂ ਉੱਥੇ ਜਾ ਕੇ ਗੁਰੂ ਦੇ ਘਰ ਜਾ ਰਹੇ, ਅਸੀਂ ਲੰਗਰ ਵੀ ਛਕਦੇ ਹਾਂ। ਚਲੋ ਹੁਣ ਤੇ ਲੰਗਰ ਹਾਲ ਬੰਦ ਆ, ਪਰ ਫੇਰ ਵੀ ਉੱਥੋਂ ਪੈਕ ਕੀਤਾ ਹੋਇਆ ਵੀ ਸੰਗਤ ਲੈ ਕੇ ਜਾਂਦੀ ਹੈ ਜਿਹੜੇ ਲੋੜਵੰਦ ਆ। ਸੋ ਆਪਾਂ ਇਹ ਕਿਹਾ ਸੀ ਕਿ ਤੁਸੀਂ ਉੱਥੇ ਜੇ ਅੱਜ $1 ਪਾ ਕੇ ਪਹਿਲਾਂ ਮੱਥਾ ਟੇਕਦੇ ਸੀ, ਇਹਨਾਂ ਮੁਸ਼ਕਲ ਦੀਆਂ ਘੜੀਆਂ 'ਚ ਤੁਸੀਂ $5 $10 ਪਾਓ ਤਾਂ ਕਿ ਗੁਰਦੁਆਰੇ ਚੱਲਦੇ ਰਹਿਣ। ਪਰ ਅਖਬਾਰਾਂ 'ਚ ਨਹੀਂ ਖਬਰ ਦੇਣੀ ਚਾਹੀਦੀ ਕਿ ਸੰਕਟ ਚੱਲ ਰਿਹਾ ਹੈਗਾ ਤੇ ਦੂਜੀਆਂ ਹੋਰ ਜਿਹੜੀਆਂ ਸਾਜ਼ਿਸ਼ਾਂ ਸਾਡੇ ਤੇ ਤਾਂ ਪਹਿਲਾਂ ਹੀ ਚੱਲ ਰਹੀਆਂ ਹੈਗੀਆਂ। ਰਾਈਟ, ਸੰਕਟ ਧਾਰਮਿਕ ਸਥਾਨਾਂ ਤੇ ਨਹੀਂ ਚੱਲਦਾ। ਜਦੋਂ ਸਾਡੇ ਤੇ ਸੰਕਟ ਕੁਲਦੀਪ ਸਿੰਘ ਜੀ ਆਉਂਦਾ, ਅਸੀਂ ਗੁਰੂ ਅੱਗੇ ਜਾ ਕੇ ਅਰਦਾਸ ਕਰਦੇ ਆ ਕਿ ਮੇਰੇ ਤੇ ਆਹ ਸੰਕਟ ਆ ਗਿਆ ਜਾਂ ਮੇਰੇ ਪਰਿਵਾਰ ਤੇ ਸੰਕਟ ਆ ਗਿਆ, ਵਾਹਿਗੁਰੂ ਮੈਨੂੰ ਤੂੰ ਸਾਂਭ ਲਾ। ਤੇ ਸਾਡੇ ਵਾਹਿਗੁਰੂ ਤੇ ਕਿਵੇਂ ਸੰਕਟ ਆ ਸਕਦਾ ਜਿਹੜਾ ਸਾਨੂੰ ਜਿਹੜੇ ਸਾਹ ਤੱਕ ਸਾਡੇ ਉਹਦੇ ਹੁਕਮ ਨਾਲ ਚੱਲਦੇ ਆ? ਉੱਥੇ ਨਹੀਂ ਸੰਕਟ ਆ ਸਕਦਾ। ਪਰ ਮੈਂ ਐਪਰੀਸ਼ੀਏਟ ਵੀ ਕਰਨਾ ਚਾਹੁੰਦਾ, ਪਿਛਲੇ ਦਿਨੀ ਕੁਝ ਕੁ ਗੁਰਦੁਆਰਾ ਸਾਹਿਬਾਨ ਨੇ ਸਾਡੇ ਲੋਅਰ ਮੇਨਲੈਂਡ ਦੇ ਕਹਿਣਾ ਬਣਨਾ, ਜ਼ਿਕਰ ਕਰਨਾ ਬਣਦਾ, ਉਹਨਾਂ ਨੇ ਉਚੇਚੇ ਤੌਰ ਤੇ ਨਿਊਜ਼ ਵੀ ਲਵਾਈ ਔਰ ਆਪ ਕਿਹਾ, ਅਨਾਉਂਸ ਕੀਤਾ ਆਪਣੀਆਂ ਸਟੇਜਾਂ ਦੇ ਉੱਤੇ ਕਿ ਸਾਡੇ ਕੋਲ ਜਿਹੜੇ ਸਟੂਡੈਂਟ ਆਏ ਹੋਏ ਨੇ ਜੀ, ਬਿਲਕੁਲ ਉਹਨਾਂ ਕੋਲ ਜੇ ਰਹਿਣ ਲਈ ਬਿਸਤਰੇ ਨਹੀਂ, ਅਸੀਂ ਬਿਸਤਰੇ ਦੇਵਾਂਗੇ। ਬਿਲਕੁਲ, ਤੁਹਾਡੇ ਕੋਲ ਰਹਿਣ ਲਈ ਕੱਪੜਾ ਨਹੀਂ, ਅਸੀਂ ਕੱਪੜਾ ਦੇਵਾਂਗੇ। ਤੁਹਾਡੇ ਕੋਲ ਖਾਣ ਲਈ ਖਾਣਾ ਨਹੀਂ, ਸਾਡੇ ਕੋਲੋਂ ਪੈਕ ਕਰਕੇ ਖਾਣਾ ਲਿਜਾਓ। ਪ੍ਰਸ਼ੰਸਾ ਕਰਨੀ ਬਣਦੀ ਹੈ। ਬਿਲਕੁਲ ਜੀ, ਚੰਗਾ ਕੰਮ ਕੀਤਾ ਤੇ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਪਰ ਜਿੱਥੇ ਗਲਤੀ ਹੈ ਉੱਥੇ ਉਹਨਾਂ ਦੀ ਗਲਤੀ ਦੱਸਣੀ ਬਣਦੀ ਹੈ ਤਾਂ ਜੋ ਸਾਡੀ ਜਿਹੜੀ ਪਬਲਿਕ ਹੈ, ਆਮ ਆਵਾਮ ਹੈ, ਜਿਹੜੀ ਸੰਗਤ ਹੈ, ਉਹਨੂੰ ਪਤਾ ਲੱਗੇ ਕਿ ਅਸਲ ਦੇ ਵਿੱਚ ਜਿੱਥੇ ਗੁਰਦੁਆਰਿਆਂ ਦੇ ਵਿੱਚ ਚੰਗੇ ਕੰਮ ਹੋ ਰਹੇ ਨੇ ਉੱਥੇ ਮਾੜੇ ਕੰਮ ਵੀ ਹੋ ਰਹੇ ਨੇ। ਉਹਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ। ਹੁਣ ਸਾਡੇ ਇੱਕ ਭੈਣ ਨੇ ਗੱਲ ਕੀਤੀ ਸੀ ਕਿ ਇਹ ਉੱਥੇ ਜਾਂਦੇ ਆ। ਇਸੇ ਤਰ੍ਹਾਂ ਹੀ ਇਕਬਾਲ ਸਿੰਘ ਬਰਾੜ ਜਿਹੜੇ ਕਿ ਕੈਲੀਫੋਰਨੀਆ ਫ੍ਰੈਜ਼ਨੋ ਸ਼ਹਿਰ ਦੇ ਇੱਕ ਗੁਰਦੁਆਰੇ ਸਾਹਿਬ 'ਚ ਸ਼ਰਧਾਲੂ ਹੀ ਜਾਂਦੇ ਸੀ ਜੀ, ਉੱਥੇ ਇਸ ਕਦਰ ਜੁੜ ਗਏ ਗੁਰਦੁਆਰਾ ਸਾਹਿਬ ਦੇ ਨਾਲ, ਉਹਨਾਂ ਦਾ ਕੋਈ ਕਮੇਟੀ ਦੇ ਵਿੱਚ ਸੰਬੰਧ ਨਹੀਂ ਸੀ, ਕੁਛ ਨਹੀਂ ਸੀ। ਉਹਨਾਂ ਨੇ ਭਾਵਕ ਹੋ ਕੇ ਗੁਰਦੁਆਰਾ ਸਾਹਿਬ ਨੂੰ ਆਪਣੀ ਘਰ ਵਾਲੀ ਦੇ, ਆਪਣੀ ਵਾਈਫ ਦੇ ਨਾਂ ਤੇ ਇੱਕ ਘਰ ਲੈ ਕੇ ਦਿੱਤਾ ਜਿਹਦੀਆਂ ਪੇਮੈਂਟਾਂ ਗੁਰਦੁਆਰਾ ਸਾਹਿਬ ਦੀ ਗੋਲਕ ਚੋਂ ਜਾਂਦੀਆਂ ਸੀ ਜੀ, ਔਰ ਉਹ ਘਰ ਲੈ ਕੇ ਦਿੱਤਾ ਸੀ। ਇੱਥੇ ਰਾਗੀ ਢਾਡੀ ਆ ਕੇ ਰਹਿਣਗੇ ਕਿਉਂਕਿ ਦੂਰ ਪੈਂਦਾ ਸੀ ਰਹਿਣਾ, ਹੋਟਲ ਮੋਟਲ 'ਚ ਰਹਿਣਾ ਪੈਂਦਾ ਸੀ। ਹੁਣ ਉਹੋ ਹੀ ਗੁਰਦੁਆਰੇ ਦੀ ਨਵੀਂ ਕਮੇਟੀ ਉਹ ਪੇਮੈਂਟ ਅੱਗੇ ਨਹੀਂ ਚਲਾ ਰਹੀ, ਉਹ ਗੁਰਦੁਆਰੇ ਦਾ ਤੇ ਪੁਰਾਣੀ ਕਮੇਟੀ ਦਾ ਕੇਸ ਵੀ ਅਦਾਲਤ 'ਚ ਚਲੇ ਗਿਆ। 4,80,000 ਦਾ ਘਰ ਲਿਆ ਸੀ ਔਰ ਹੁਣ ਪਤਾ ਨਹੀਂ ਕੋਰਟ 'ਚ ਕਿੰਨੇ ਪੈਸੇ ਲੱਗਣਗੇ, ਬਦਨਾਮੀ ਵਾਧੇ ਦੀ ਆ। ਤੇ ਫਿਰ ਕੀ ਇਦਾਂ ਦੇ ਹੱਲ ਕੀ ਹੋਣੇ ਚਾਹੀਦੇ ਆ? ਔਰ ਇਹ ਖਬਰ ਵੀ ਅਸੀਂ ਲਾਈ ਸੀ, ਮੈਂ ਇਸ ਦੇ ਉੱਤੇ ਖਾਸ ਗੱਲਬਾਤ ਕੀਤੀ ਸੀ ਇਕਬਾਲ ਸਿੰਘ ਬਰਾੜ ਹੋਣਾ ਦੇ ਨਾਲ ਔਰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਵੀ ਕਿਹਾ ਸੀ ਕਿ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ, ਪਰ ਉਹਨਾਂ ਨੇ ਆਪਣਾ ਪੱਖ ਨਹੀਂ ਰੱਖਿਆ। ਪਰ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਤੇ ਫਿਰ ਮੀਡੀਆ ਨੂੰ ਅੱਗੇ ਲਿਆਉਣੀਆਂ ਚਾਹੀਦੀਆਂ। ਅਸੀਂ ਸ਼ਰਧਾਲੂ ਵਜੋਂ ਜਾ ਕੇ ਮੱਥਾ ਟੇਕ ਕੇ ਕੀਰਤਨ ਸੁਣ ਕੇ ਘਰ ਆ ਜਾਂਦੇ ਆ, ਪਰ ਜਿਹੜੀਆਂ ਉੱਥੇ ਗੱਲਾਂ ਚੱਲ ਰਹੀਆਂ ਉਹਨਾਂ ਤੇ ਵੀ ਸਾਨੂੰ ਰੱਖਣਾ ਚਾਹੀਦਾ। ਤੇ ਹੁਣ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਨਿਸ਼ਾਨ ਸਾਹਿਬ ਜਿਹੜੇ ਭਗਵੇਂ ਰੰਗ ਦੇ ਝੂਲਦੇ ਆ, 2 ਹੋਰ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚੋਂ ਉਹ ਬਦਲੇ ਗਏ ਆ, ਚੋਲੇ ਸਾਹਿਬ ਬਦਲੇ ਗਏ। ਹਾਂਜੀ, ਹੁਣ ਰੀਸੈਂਟਲੀ ਬਦਲਿਆ। ਕੱਲ ਮੈਨੂੰ ਇਹ ਵੀ ਪਤਾ ਲੱਗਾ ਹੈ ਜੀ, ਮੇਰੇ ਕੋਲ ਇੱਕ ਨਿਊਜ਼ ਇਹ ਵੀ ਪਹੁੰਚੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਕਿਸੇ ਗੁਰਦੁਆਰੇ ਦੇ ਵਿੱਚ, ਅਜੇ ਉਹਦੀ ਸਪਸ਼ਟ ਜਿਹੜੀ ਖਬਰ ਹੈ ਉਹ ਆਪਾਂ ਗੱਲਬਾਤ ਕਰਾਂਗੇ ਜੀ, ਕਿ ਗੁਰਦੁਆਰੇ ਦੇ ਬਾਹਰਲੇ ਪਾਸੇ ਹਾਥੀ ਲਾਏ ਗਏ ਨੇ। ਬਿਲਕੁਲ ਜੀ, ਇਹ ਖਬਰ ਹੱਲੇ ਸਾਡੇ ਕੋਲ ਆਈ ਹੈਗੀ ਹੈ, ਪਰ ਜਿੰਨਾ ਚਿਰ ਅਸੀਂ ਕਮੇਟੀ ਦੇ ਨਾਲ ਕਨਫਰਮ ਨਹੀਂ ਕਰਦੇ ਦੱਸਾਂਗੇ ਨਹੀਂ। ਪਰ ਸਾਡੇ ਕੋਲ ਫੋਟੋ ਵੀ ਆਈਆਂ, ਵੀਡੀਓ ਵੀ ਆਈ ਆ ਔਰ ਇਦਾਂ ਨਹੀਂ ਕਿ ਛੋਟੇ ਹਾਥੀ ਆ ਜਾਂ ਕੋਈ ਡਿਜ਼ਾਈਨਰ ਪੀਸ ਆ ਜਾਂ ਛੋਟੇ ਆ, ਬਿਲਕੁਲ ਵੱਡਾ ਹਾਥੀ, ਜਿਵੇਂ ਆਮ ਹਾਥੀ ਤੁਰਿਆ ਜਾਂਦਾ, ਵੱਡਾ ਹਾਥੀ ਪੂਰੇ ਦਾ ਪੂਰਾ ਲਿਆ ਕੇ 2 ਦੀਵਾਨ ਹਾਲ ਬਾਹਰੋਂ ਜਿੱਥੋਂ ਐਂਟਰੀ ਗੁਰਦੁਆਰਾ ਸਾਹਿਬ ਦੀ ਹੁੰਦੀ ਆ ਉੱਥੇ ਕਰ ਦਿੱਤੇ ਗਏ। ਇਹ ਵੀ ਕੈਲੀਫੋਰਨੀਆ ਦੀ ਧਰਤੀ ਤੇ ਹੀ ਹੋਏ ਆ ਜੀ, ਉੱਥੇ ਕੈਲੀਫੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆ। ਔਰ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ। ਔਰ ਕੱਲੇ ਹਾਥੀ ਨਹੀਂ ਰੱਖੇ ਗਏ
ਔਰ ਉੱਥੇ ਹੋਰ ਵੀ ਬਹੁਤ ਕੁਛ ਆ, ਉਹ ਵੀ ਖੁਲਾਸੇ ਜ਼ਰੂਰ ਕਰਾਂਗੇ। ਪਰ ਉਹ ਸੁਣ ਕੇ ਸ਼ਾਇਦ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਦੇ ਪੈਰਾਂ ਥੱਲਿਓਂ ਵੀ ਜ਼ਮੀਨ ਨਿਕਲ ਜਾਊਗੀ ਕਿ ਉਹ ਚੀਜ਼ਾਂ ਗੁਰਦੁਆਰਿਆਂ 'ਚ ਰੱਖਣ ਵਾਲੀਆਂ ਨਹੀਂ ਗਈਆਂ ਜਿਹੜੀਆਂ ਉੱਥੇ ਰੱਖੀਆਂ ਗਈਆਂ। ਪਰ ਮੈਂ ਜਿੰਨਾ ਚਿਰ ਮੇਰੇ ਕੋਲ ਪੂਰੀ ਖਬਰ ਨਹੀਂ ਆਊਗੀ ਉਹਨਾਂ ਚਿਰ ਮੈਂ ਨਾ ਤਾਂ ਗੁਰਦੁਆਰੇ ਦਾ ਨਾਂ ਦੱਸਾਂਗੀ ਤੇ ਨਾ ਹੀ ਮੈਂ ਕਿਸੇ ਉਸ ਇਨਸਾਨ ਦਾ ਨਾਂ ਦੱਸਾਂਗੀ ਜਿਨ੍ਹਾਂ ਨੇ ਸਾਡੇ ਤੱਕ ਪਹੁੰਚਦੀਆਂ ਕੀਤੀਆਂ। ਵੈਸੇ ਗੁਰਦੁਆਰੇ ਅਸੀਂ ਜਾਂਦੇ ਕਿਉਂ ਆ? ਅਸੀਂ ਗੁਰਦੁਆਰੇ ਬਣਾਏ ਕਿਉਂ ਨੇ? ਕੱਲੇ ਸਾਡੇ ਧਾਰਮਿਕ ਕੇਂਦਰ ਹੀ ਨਹੀਂ, ਸਾਡੇ ਸੱਭਿਆਚਾਰਕ ਕੇਂਦਰ ਵੀ ਨੇ। ਸਾਡੇ ਇੱਕ ਰਾਜਨੀਤਿਕ ਤੌਰ ਦੇ ਉੱਤੇ ਤਾਕਤ ਲੈਣ ਲਈ ਸਾਡੇ ਕੋਲ ਕੇਂਦਰ ਵੀ ਨੇ ਜੀ। ਸਾਡੇ ਕੋਲ ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਥੋੜਾ ਕੋਈ ਵਿਚਾਰ ਕਰਨੇ ਸੀ, ਨਾਮ ਦੱਸਣੇ ਸੀ। ਬਹੁਤ ਅੱਛਾ ਬੋਲ ਰਹੇ ਹੋ, ਅੱਛਾ ਪ੍ਰੋਗਰਾਮ ਦੇ ਰਹੇ ਹੋ ਜੀ। ਗੁਰਦੁਆਰਿਆਂ ਦਾ ਸਾਰਾ ਕੁਝ ਸਹੀ ਦੱਸ ਰਹੇ ਨੇ ਜੀ। ਤੇ ਮੈਂ ਭੈਣ ਜੀ ਨਾਲ ਗੱਲ ਕਰਨੀ ਸੀ, ਮੈਂ ਦੱਸਾਂ ਮੈਂ ਵੀ। ਓਕੇ, ਥੈਂਕ ਯੂ ਜੀ। ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ। ਥੈਂਕ ਯੂ ਜੀ। ਤੁਸੀਂ ਵੀ ਕਾਲ ਕਰ ਸਕਦੇ ਹੋ, ਜਿਹੜੇ ਨੰਬਰ ਸਕਰੀਨ ਦੇ ਉੱਤੇ ਆ ਰਹੇ ਨੇ ਉਹਨਾਂ ਨੰਬਰਾਂ ਦੇ ਉੱਤੇ ਗੱਲਬਾਤ ਕਰਕੇ। ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਪ੍ਰਬੰਧਕ ਸੁਣਦੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਹਰ ਬੰਦਾ, ਪਤਾ ਨਹੀਂ ਮੈਂ ਕਿੰਨੀਆਂ ਗਲਤੀਆਂ ਕਰਦਾ, ਤੁਸੀਂ ਕਿੰਨੀਆਂ ਗਲਤੀਆਂ, ਹਰ ਬੰਦਾ ਗਲਤੀ ਕਰਦਾ ਹੈ। ਕਰਦੇ ਆ ਜੀ, ਪਰ ਜਿੰਨਾ ਚਿਰ ਹੋਈ ਗਲਤੀ ਨੂੰ ਸੁਧਾਰਨ ਦੇ ਲਈ ਪ੍ਰਬੰਧ ਕਿੱਥੋਂ ਚੱਲਦਾ? ਤੁਹਾਡੀ ਗੋਲਕ ਨਾਲ, ਤੁਹਾਡੇ ਦਿੱਤੇ ਹੋਏ ਪੈਸਿਆਂ ਨਾਲ। ਕੈਲੀਫੋਰਨੀਆ ਤੋਂ ਕਾਲ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੌਰੀ, ਇਹ ਨੰਬਰ ਸਿੱਧਾ ਹੀ ਜਾ ਰਿਹਾ ਇਹਦੇ ਵਿੱਚ। ਹਾਂਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਭੈਣ ਜੀ। ਥੋੜੀ ਜੀ ਆਵਾਜ਼ ਤੁਹਾਡੀ, ਤੁਸੀਂ ਫੋਨ ਦੇ ਲਾਗੇ ਹੋ ਕੇ ਗੱਲ ਕਰੋਗੇ ਜੀ? ਹਾਂਜੀ, ਥੋੜੀ ਉੱਚੇ ਬੋਲੋ ਜੀ। ਕੀ ਕਹਿਣਾ ਚਾਹੋਗੇ? ਸਵਾਗਤ ਹੈ ਤੁਹਾਡਾ ਜੀ। ਸੌਰੀ ਭਾਜੀ, ਮੈਂ ਸਮਝੀ ਕਿਸੇ ਨਾਲ ਮੈਂ ਕੰਟੈਕਟ ਕਰਨਾ ਸੀਗਾ ਤੇ ਗਲਤੀ ਹੋ ਜੀ। ਤੇ ਸਿੱਧਾ ਸਾਂਝਾ ਟੀਵੀ ਨਹੀਂ ਜਾ ਰਿਹਾ। ਸੌਰੀ ਜੀ, ਕੋਈ ਗੱਲ ਨਹੀਂ ਜੀ। ਥੈਂਕ ਯੂ ਜੀ। ਓਕੇ ਜੀ। ਸੋ ਇਹ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ। ਜਦੋਂ ਕਿਤੇ ਵੀ ਕੋਈ ਮੁਸ਼ਕਲ ਆਉਂਦੀ ਹੈ ਤੁਹਾਨੂੰ ਪਤਾ ਲੱਗਦਾ ਹੈ ਕਿ ਇੱਥੇ ਕੋਈ ਨਾ ਕੋਈ ਸਿਸਟਮ ਦੇ ਵਿੱਚ ਉਣਤਾ ਹੀ ਹੈ। ਮੈਨੂੰ ਮਾਫ ਕਰਨਾ, ਮੈਨੂੰ ਵੈਸੇ ਇਹ ਗੱਲ ਕਹਿਣ ਲੱਗੇ ਆ ਅੱਜ, ਮੈਂ ਕਈ ਵਾਰੀ ਝਿਜਕਦਾ ਵੀ ਹੁੰਦਾ ਇਹ ਗੱਲ ਕਹਿਣ ਲੱਗੇ ਆ, ਕਿਉਂਕਿ ਮੇਰੇ ਕੋਲ ਇੱਕ ਬਹੁਤ ਲੰਮਾ ਸਮਾਂ ਹੋ ਗਿਆ, ਤਕਰੀਬਨ 15 ਸਾਲ ਤੋਂ ਜ਼ਿਆਦਾ ਹੋ ਗਿਆ, ਇੱਕ ਨੌਜਵਾਨ ਨਾਈਜੀਰੀਅਨ ਕੰਮ ਕਰਦਾ ਸੀ ਤੇ ਪਾਰਟ ਟਾਈਮ ਕੰਮ ਕਰਦਾ, ਤੇ ਨਾਲ ਮੈਨੂੰ ਕਹਿਣ ਲੱਗਾ, ਕਹਿੰਦਾ ਕਿ ਮੈਂ ਯੂਨੀਵਰਸਿਟੀ ਜਾਣਾ। ਮੈਂ ਕਿਹਾ ਵੀ ਠੀਕ ਹੈ, ਉਹਦਾ ਸਕੈਜੂਲ ਉਸ ਹਿਸਾਬ ਨਾਲ ਲਾ ਦੇਣਾ। ਤੇ 4 ਸਾਲ ਜਦੋਂ ਉਹਦੇ ਪੂਰੇ ਹੋ ਗਏ, ਉਹਨੇ ਡਿਗਰੀ ਪੂਰੀ ਕਰ ਲਈ, ਫੁੱਲ ਟਾਈਮ ਮੇਰੇ ਕੋਲ ਵੀ ਕੰਮ ਕਰਨ ਲੱਗ ਪਿਆ। ਡਿਗਰੀ ਪੂਰੀ ਕਰਨ ਤੋਂ ਬਾਅਦ ਮੇਰੇ ਕੋਲ ਆ ਕੇ ਕਹਿੰਦਾ, ਮਿਸਟਰ ਸਿੰਘ, ਥੈਂਕ ਯੂ ਫॉर योर ਸਪੋਰਟ, ਨਾਓ ਆਈ ਫਿਨਿਸ਼ ਮਾਈ ਡਿਗਰੀ, ਆਈ ਐਮ ਲੀਵਿੰਗ। ਮੈਂ ਕਿਹਾ ਨਹੀਂ ਯਾਰ, ਤੂੰ ਹੁਣ ਸਾਰਾ ਕੰਮ ਵਧੀਆ ਕਰ ਰਿਹਾ, ਤੂੰ ਕਿਉਂ ਚੱਲੇ ਆ? ਕਹਿੰਦਾ ਨਹੀਂ, ਮੈਨੂੰ ਹੁਣ ਜਾਣਾ ਪੈਣਾ। ਮੈਂ ਕਿਤੇ, ਮੈਂ ਕਦੇ ਉਹਨੂੰ ਪੁੱਛਿਆ ਨਹੀਂ ਤੂੰ ਕਾਹਦੀ ਡਿਗਰੀ ਕਰ ਰਹੇ ਆ। ਜਦੋਂ ਫਿਨਿਸ਼ ਹੋ ਗਿਆ ਤੇ ਕਹਿੰਦਾ ਵੀ ਮੈਂ ਤੁਹਾਨੂੰ 2 ਵੀਕ ਦਾ ਨੋਟਿਸ ਦੇ ਰਿਹਾ ਤੇ ਆਈ ਹੈਵ ਟੂ ਲੀਵ, ਆਈ ਗੋਟ ਅ ਬੈਟਰ ਜੌਬ। ਮੈਂ ਕਿੱਥੇ ਮਿਲੀ ਤੈਨੂੰ ਜੌਬ? ਕਹਿੰਦਾ ਟੈਕਸਸ ਦੇ ਵਿੱਚ। ਮੈਂ ਕਾਹਦੀ ਜੌਬ ਹੈ? ਕਹਿੰਦਾ ਐਜ਼ ਏ ਪ੍ਰੀਸਟ। ਮੈਂ ਕਿਹਾ ਪ੍ਰੀਸਟ ਦੀ ਜੌਬ ਮਿਲੀ ਆ ਤੈਨੂੰ? ਹਾਂ। ਤੇ ਤੂੰ ਡਿਗਰੀ ਕਾਹਦੀ ਕੀਤੀ ਹੈ? ਕਹਿੰਦਾ ਪ੍ਰੀਸਟ ਦੀ। ਤੇ ਮੈਂ ਆਪਣੇ ਮੱਥੇ ਤੇ ਮਾਰਿਆ ਹੱਥ। ਸਾਡੇ, ਮਾਫ ਕਰਨਾ ਇਹ ਗੱਲ ਕਹਿਣੀ ਬਣਦੀ ਅੱਜ, ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਨੇ ਉਹ ਜਾ ਕੇ ਲੱਭਣਗੇ ਕਿ ਸਸਤੇ ਤੋਂ ਸਸਤਾ ਗ੍ਰੰਥੀ ਸਾਨੂੰ ਕਿੱਥੋਂ ਮਿਲ ਸਕਦਾ। ਘੱਟ ਪੈਸਿਆਂ 'ਚ ਘੱਟ ਪਾਠ ਪੈਸਿਆਂ ਕੌਣ ਦੇ ਕਰੂਗਾ? ਉੱਤੇ, ਘੱਟ ਪੈਸਿਆਂ ਦੇ ਉੱਤੇ ਗ੍ਰੰਥੀ ਕੌਣ ਮਿਲ ਸਕਦਾ ਹੈ? ਘੱਟ ਪੈਸਿਆਂ ਦੇ ਉੱਤੇ ਪਾਠ ਕਰਨ ਵਾਲਾ ਕੌਣ ਮਿਲ ਸਕਦਾ ਹੈ? ਕਿਉਂਕਿ ਸਾਡਾ ਯਤਨ ਇਹ ਹੁੰਦਾ ਹੈ। ਤੇ ਦੂਸਰੇ ਪਾਸੇ ਤਰੱਕੀ ਕਿਉਂ ਹੈ, ਡਿਵੈਲਪਮੈਂਟ ਕਿਉਂ ਹੈ ਦੁਨੀਆ ਦੇ ਹਰ ਕੋਨੇ-ਕੋਨੇ? ਇਸੇ ਕਰਕੇ ਕਿਉਂਕਿ ਵੈਲ ਐਜੂਕੇਟਡ ਔਰ ਸੁਲਝੇ ਹੋਏ ਵਿਅਕਤੀ। ਜੀ, ਸਾਡੇ ਨਾਲ ਇੱਕ ਕਾਲਰ ਹੈ ਤੇ ਸਾਡਾ ਸਮਾਂ ਵੀ ਹੋ ਰਿਹਾ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰ ਸਕਦੀ? ਹਾਂਜੀ, ਅਸੀਂ ਤੁਹਾਨੂੰ ਸੁਣਦੇ ਹਾਂ ਜੀ। ਕੀ ਕਹੋਗੇ ਭੈਣ ਜੀ? ਹਾਂਜੀ, ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਸੀਗੀ ਜੀ ਬਈ ਆਪਾਂ ਨੂੰ ਸਾਰਾ ਕੁਝ ਪਤਾ ਆ, ਜੋ ਕੁਝ ਹੋ ਰਿਹਾ ਇੰਡੀਆ ਦੇ ਵਿੱਚ ਸਾਰਾ ਕੁਝ ਸਰਕਾਰਾਂ ਕਰਾ ਰਹੀਆਂ, ਪਰ ਆਪਾਂ ਲੋਕ ਜਿਹੜੇ ਹੈਗੇ ਆ ਕਸੂਰ ਆਪਣਾ ਹੀ ਆ ਜੀ। ਜਿਹੜੇ ਕਸੂਰ ਆਪਣਾ ਹੀ ਆ, ਆਪਾਂ ਹੀ ਉਹਨਾਂ ਨੂੰ ਲਿਆਉਂਦੇ ਆ ਵਾਰ-ਵਾਰ। 70 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਚੇਂਜਿੰਗ ਨਹੀਂ ਲਿਆਤੀ, ਅਕਾਲੀਆਂ ਨੇ, ਕਾਂਗਰਸੀਆਂ ਨੇ, ਪਰ ਤੁਸੀਂ ਕਿਸੇ ਨਾਲ ਗੱਲ ਕਰੋ ਫੇਰ ਵਿਕ ਜਾਂਦੇ ਆ। ਗੁਰੂ ਮਹਾਰਾਜ ਦੀਆਂ ਬੇਇੱਜ਼ਤੀਆਂ ਕਰਾਉਣ ਵਾਲੇ ਇਹੀ ਆ, ਗਲੀਆਂ ਚ ਰੋੜਨ ਵਾਲੇ ਇਹੀ ਆ, ਲੋਕਾਂ ਨੂੰ ਨਸ਼ਿਆਂ ਚ ਲਾਉਣ ਵਾਲੇ ਇਹੀ ਆ, ਸਾਰੀ ਦੁਨੀਆ ਨੂੰ ਪਤਾ। ਜੀ।
ਫਿਰ ਵੀ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੋ ਕੀ ਰਿਹਾ ਸਾਡੇ ਨਾਲ, ਜਾਂ ਡਰਦੇ ਆ ਜੀ। ਬਹੁਤ ਗੱਲ ਧੰਨਵਾਦ ਨਹੀਂ ਜੀ ਕੋਈ ਤੁਹਾਡਾ। ਕਰਨੀ ਚਾਹੁੰਦੇ। ਹਾਂਜੀ ਜੀ ਥੈਂਕ ਯੂ ਭੈਣ ਜੀ ਸਾਨੂੰ ਫੋਨ ਕਰਨ ਦੇ ਲਈ ਜੀ, ਥੈਂਕ ਯੂ ਜੀ। ਮੇਰੇ ਨਾਲ ਮੇਰੀ ਤੁਹਾਨੂੰ ਇੰਡੀਆ ਤੋਂ ਕਾਲ ਆਈ ਸੀਗੀ, ਜੀ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਚਾਹੀ ਸੀਗੀ ਤੇ ਪਰ ਉਹਨਾਂ ਦੀ ਕਾਲ ਡ੍ਰੌਪ ਹੋ ਗਈ। ਉਹ ਵੀ ਮਤਲਬ ਉਹਨਾਂ ਦੇ ਪਰਿਵਾਰ ਦੀਆਂ ਕਾਫੀ ਸ਼ਹੀਦੀਆਂ ਆ ਜੀ। ਤੇ ਉਹਨਾਂ ਦੇ ਪਿੰਡ ਵੀ ਇੱਕ ਮਤਲਬ ਜਗ੍ਹਾ ਸੀਗੀ ਜਿਹੜੀ ਫਰਾਈਡੇ ਸਾਡੇ ਨਾਲ ਫਰਾਈਡੇ ਕੁਲਦੀਪ ਸਿੰਘ ਹੁਣਾਂ ਨੇ ਫੇਰ ਆਉਣਾ ਆ ਤੇ ਤੁਸੀਂ ਉਹਨਾਂ ਨੂੰ ਕਿਹੋ ਸਾਨੂੰ ਫਰਾਈਡੇ ਜ਼ਰੂਰ ਕਾਲ ਕਰਨ ਜੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਤੇ ਸਾਨੂੰ ਜ਼ਰੂਰ ਫਰਾਈਡੇ ਕਾਲ ਕਰਨ, ਅਸੀਂ ਉਹਨਾਂ ਦੀ ਕਾਲ ਜ਼ਰੂਰ ਲਵਾਂਗੇ ਫਰਾਈਡੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਕੁਲਦੀਪ ਸਿੰਘ ਜੀ ਆਪਣਾ ਸਮਾਂ ਵੀ ਹੋ ਗਿਆ ਜਾਣ ਦਾ ਤੇ ਕੀ ਕਹੋਗੇ ਜੀ? ਗੱਲ ਇਸ ਤਰ੍ਹਾਂ ਹੈ ਕਿ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਕਿ ਗੁਰਦੁਆਰਾ ਸਾਹਿਬਾਨ ਦੇ ਸਿਸਟਮ ਦੇ ਵਿੱਚ ਜਿਹੜੀਆਂ ਆ ਰਹੀਆਂ ਉਣਤਾਈਆਂ ਜੀ ਤੇ ਪਾਵਨ ਪਵਿੱਤਰ ਸਰੂਪ ਜਿਹੜੇ 267 ਸਰੂਪ ਗੁੰਮਸ਼ੁਦਾ ਹੋਏ ਨੇ, ਉਹਨਾਂ ਬਾਰੇ ਉਮੀਦ ਹੈ ਕਿ ਕੋਈ ਚੰਗਾ ਫੈਸਲਾ ਮੀਨਸ ਕਿ ਅਸਲੀਅਤ ਹੈ ਜਿਹੜੀ, ਦੋਨੇ ਕਾਨੂੰਨ ਦੇ ਮਾਹਿਰ ਨੇ ਉਹ ਕੁਝ ਨਾ ਕੁਝ ਅਸਲੀਅਤ ਕੱਢ ਕੇ ਲਿਆਉਣਗੇ। ਫਿਰ ਤੁਹਾਡੇ ਨਾਲ ਇਹ ਗੱਲ ਸਾਂਝੀ ਅਸੀਂ ਦੁਬਾਰਾ ਫਿਰ ਕਰਾਂਗੇ। ਤੇ ਨਾਲ ਬੇਨਤੀ ਇਹ ਹੈ ਉਚੇਚੇ ਤੌਰ ਦੇ ਉੱਤੇ ਕਿ ਜਦੋਂ ਤੁਸੀਂ ਕਿਸੇ ਪ੍ਰਬੰਧਕ ਦੇ ਵਿੱਚ ਉਣਤਾਈ ਦੇਖਦੇ ਹੋ, ਹੀਆ ਕਰਿਆ ਕਰੋ ਉਸ ਪ੍ਰਬੰਧਕ ਨਾਲ ਗੱਲ ਕਰਨ ਦੀ, ਉਹਨੂੰ ਦੱਸੋ ਕਿ ਇੱਥੇ ਉਣਤਾਈ ਹੈ, ਹਰ ਵਿਅਕਤੀ ਐਕਸਪਰਟ ਨਹੀਂ। ਸੋ ਇਹਨਾਂ ਚੀਜ਼ਾਂ ਨੂੰ ਜਿੰਨਾ ਚਿਰ ਸਿਸਟਮ ਦੇ ਵਿੱਚ ਉਣਤਾਈਆਂ ਨੇ ਉਹਨਾਂ ਚਿਰ ਸਾਨੂੰ ਗੁਰੂ ਸਾਹਿਬਾਨ ਦੇ ਨਾਲ, ਸ਼ਬਦ ਗੁਰੂ ਨਾਲ ਜੁੜਨ ਦੇ ਲਈ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ ਜੀ। ਤੇ ਜਦੋਂ ਸਿੱਖ ਹੈ ਜਿਹੜਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਰੂਪੀ ਸਰੂਪ ਨਾਲ ਜੁੜੇਗਾ ਤੇ ਫਿਰ ਮੇਰਾ ਖਿਆਲ ਹੈ ਇਹ ਮਨ ਦੇ ਵਿੱਚੋਂ ਹੋਰ ਜਿਹੜੇ ਭੁਲੇਖੇ ਨੇ, ਵਹਿਮ ਨੇ, ਜਾਂ ਅਲੱਗ-ਅਲੱਗ ਤੁਸੀਂ ਕਹਿ ਰਹੇ ਸੀ ਕਿ ਹਰ ਜਗ੍ਹਾ ਉੱਥੇ ਹੋ ਰਿਹਾ, ਆਪਾਂ ਕਿਸੇ ਵੇਲੇ ਮਰਿਆਦਾ ਦੀ ਗੱਲਬਾਤ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਉਚੇਚੇ ਤੌਰ ਤੇ ਬੁਲਾਇਆ ਆਪਣੇ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਤਹਿ ਦਿਲੋਂ ਧੰਨਵਾਦ। ਸਾਂਝਾ ਟੀਵੀ ਇੱਕ ਸਾਂਝਾ ਪਲੇਟਫਾਰਮ ਹੈ ਜੀ, ਜਿਹਦੇ ਵਿੱਚ ਖਬਰਸਾਰ ਵੀ ਹੁੰਦੀ ਹੈ, ਰਾਜਨੀਤਿਕ ਵੀ ਹੁੰਦਾ ਹੈ, ਧਾਰਮਿਕ ਗੱਲਬਾਤ ਵੀ ਹੁੰਦੀ ਹੈ, ਡਿਬੇਟਸ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਕਰਵਾਇਆ ਕਰਵਾਂਗੇ। ਸੋ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਪਾਂਸਰ ਵੀ ਕਰਿਆ ਕਰੋ ਤੇ ਸ਼ਮੂਲੀਅਤ ਜ਼ਰੂਰ ਕਰਿਆ ਕਰੋ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਕੁਲਦੀਪ ਸਿੰਘ ਜੀ ਔਰ ਇਸੇ ਤਰ੍ਹਾਂ ਹੀ ਮੇਰਾ ਤੁਹਾਡੇ ਨਾਲ ਅੱਜ ਸ਼ਾਮੀ ਫਿਰ ਸਾਥ ਹੋਊਗਾ ਗੱਲਾਂ ਖਰੀਆਂ। ਮੇਰਾ ਸਾਥ ਰਫਤਾਰ ਗਿੱਲ ਦੇਣਗੇ ਔਰ ਕੱਲ ਫਿਰ ਮੇਰਾ ਤੁਹਾਡੇ ਨਾਲ ਸਾਥ ਹੋਵੇਗਾ ਜੀ। ਔਰ ਕੱਲ ਸਵੇਰੇ ਖਬਰਸਾਰ 'ਚ ਫਿਰ ਮਿਲਦੇ ਹਾਂ। ਖਿਆਲ ਰੱਖਿਓ ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ। ਸਤਿ ਸ਼੍ਰੀ ਅਕਾਲ ਜੀ।